Hello, dear students. How are you all? Welcome back to the session of class 8th math subject ਤੇ ਪਿਆਰੇ ਵਿਦਿਆਰਥੀਓ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਮੈਥਸ ਵਿਸ਼ੇ ਦਾ 8ਵੀਂ ਕਲਾਸ ਦੇ ਮੈਥਸ ਵਿਸ਼ੇ ਦਾ ਚੈਪਟਰ ਨੰਬਰ 11 ਜਿਸ ਦਾ ਨਾਮ ਹੈ ਖੇਤਰ ਮਿਤੀ ਮੀਨਸ ਮੈਂਸੂਰੇਸ਼ਨ ਉਹ ਕਰ ਰਹੇ ਹਾਂ ਤੇ ਵਿਦਿਆਰਥੀਓ ਪ੍ਰੀਵੀਅਸ ਵੀਡੀਓ ਲੈਕਚਰ ਵਿੱਚ ਐਕਸਰਸਾਈਜ਼ ਨੰਬਰ 11.2 ਕੀਤੀ ਸੀ ਤੇ ਵਿਦਿਆਰਥੀਓ ਅੱਜ ਐਕਸਰਸਾਈਜ਼ ਨੰਬਰ 11.3 ਸਟਾਰਟ ਕਰਨ ਜਾ ਰਹੇ ਹਾਂ ਤੇ ਇਸ ਦੇ ਜੋ ਵੀ ਇੰਪੋਰਟੈਂਟ ਕੁਐਸਚਨਸ ਹੈਗੇ ਨੇ ਸਾਰੀ ਐਕਸਰਸਾਈਜ਼ ਅੱਜ ਕਰਨੀ ਹੈਗੀ ਠੀਕ ਹੈ। ਤੋ ਐਕਸਰਸਾਈਜ਼ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਇੰਪੋਰਟੈਂਟ ਇਹਦੇ ਫਾਰਮੂਲੇਸ ਨੇ ਜੋ ਇਸ ਐਕਸਰਸਾਈਜ਼ ਨੂੰ ਦੇ ਵਿੱਚ ਜੋ ਸਵਾਲ ਕਰਨੇ ਨੇ ਉਹਨਾਂ ਨੂੰ ਸੋਲਵ ਕਰਨ ਲਈ ਯੂਜ਼ ਹੋਣਗੇ ਉਹਨਾਂ ਬਾਰੇ ਅਸੀਂ ਪਹਿਲਾਂ ਡਿਸਕਸ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਸਵਾਲ ਜਿਹੜੇ ਆ ਉਹ ਹੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਆਓ ਫਾਰਮੂਲੇ ਇਸ ਬਾਰੇ ਜਾਣਦੇ ਹਾਂ। तो आओ प्यारे विद्यार्थियों पहला फार्मूले करेंगे उस तो बाद ये एक्सरसाइज ਜਿਹੜੀ ਆ ਉਹ स्टार्ट करेंगे ओके। so let's do the formulas first which will be used to solve the sums of this exercise। तो प्यारे विद्यार्थियों इस ਵਿੱਚ ਜਿਹੜੀ ਸਾਡੀ ਐਕਸਰਸਾਈਜ਼ ਹੈਗੀ ਆ ਇਹ ਸਾਰੀ ਸਰਫੇਸ ਏਰੀਆ ਬੇਸਡ ਹੈਗੀ ਆ। ਸਰਫੇਸ ਏਰੀਆ ਦਾ ਮਤਲਬ ਕੀ ਹੁੰਦਾ ਕਿ ਇਹ ਕੀ ਆ ਇਟ ਇਜ਼ ਦੀ ਸਮ ਆਫ ਦੀ ਟੋਟਲ ਐਕਸਪੋਜ਼ਡ ਸਰਫੇਸ ਆਫ 3 ਡਾਈਮੈਂਸ਼ਨਲ ਸੋਲਿਡ ਆਬਜੈਕਟ। ਜੇ ਤੁਹਾਡੇ ਕੋਲ ਕੋਈ ਸੋਲਿਡ ਆਬਜੈਕਟ ਹੈਗੀ ਆ 3 ਡਾਈਮੈਂਸ਼ਨਲ ਉਹਦੇ ਜਿਹੜੇ ਸਰਫੇਸਿਸ ਦਾ ਟੋਟਲ ਏਰੀਆ ਜਿਹੜਾ ਬਾਹਰ ਵਾਲੇ ਪਾਸੇ ਹੁੰਦਾ ਹੈ ਠੀਕ ਹੈ ਇਹ ਵਾਲਾ ਇਹਨੂੰ ਅਸੀਂ ਕੀ ਕਵਾਂਗੇ। ਇਹ ਸਾਰੇ ਸਰਫੇਸਿਸ ਹੈਗੇ ਨੇ ਉਹਨਾਂ ਇਹਨਾਂ ਸਰਫੇਸਿਸ ਦਾ ਅਸੀਂ ਏਰੀਆ ਫਾਈਂਡ ਆਊਟ ਕਰ ਲੈਣਾ ਉਹਨੂੰ ਸਰਫੇਸ ਏਰੀਆ ਉਹਦਾ ਕਹਿ ਦਾਂਗੇ ਠੀਕ ਹੈ। ਤੋ ਇਹਨੂੰ ਵਿੱਚ ਸੈਂਟੀਮੀਟਰ ਸਕੁਅਰ ਜਾਂ ਫਿਰ ਮੀਟਰ ਸਕੁਅਰ ਇਦਾਂ ਦੇ ਯੂਨਿਟ ਦੇ ਵਿੱਚ ਅਸੀਂ ਜਿਹੜੇ ਆ ਫਾਈਂਡ ਆਊਟ ਕਰਦੇ ਆ ਮਤਲਬ ਇਹਦੀ ਇਕਾਈ ਜਿਹੜੀ ਆ ਉਹ ਮੀਟਰ ਸਕੁਅਰ ਜਾਂ ਸੈਂਟੀਮੀਟਰ ਸਕੁਅਰ ਹੁੰਦੀ ਹੈ ਓਕੇ। ਉਸ ਤੋਂ ਬਾਅਦ ਵਿੱਚੋਂ ਪਹਿਲੀ ਫਿਗਰ ਜਿਹੜੀ ਜਿਹਦੇ ਨਾਲ ਰਿਲੇਟਡ ਤੁਸੀਂ ਸਮ ਕਰਨੇ ਨੇ ਉਹ ਹੈਗੀ ਆ ਕਿਊਬੋਇਡ। ਕਿਊਬੋਇਡ ਇੱਕ 3 ਡਾਈਮੈਂਸ਼ਨਲ ਆਬਜੈਕਟ ਹੁੰਦੀ ਹੈ ਜਾਂ ਸੋਲਿਡ ਸ਼ੇਪ ਦੇ ਵਿੱਚ ਹੁੰਦਾ ਹੈ ਜਿਹਦੇ 6 ਰੈਕਟੈਂਗੂਲਰ ਫੇਸਿਸ ਹੁੰਦੇ ਨੇ ਠੀਕ ਹੈ। ਤੇ ਸਾਰੇ ਦੇ ਸਾਰੇ 90 ਡਿਗਰੀ ਐਂਗਲ ਦੇ ਹੋਣਗੇ ਵਿੱਚੋਂ ਇਹਦੇ ਵਿੱਚ ਜਿਹੜੀ ਸਭ ਤੋਂ ਲੰਬੀ ਸਾਈਡ ਆ ਉਹਨੂੰ ਅਸੀਂ ਲੈਂਥ ਮੰਨਾਂਗੇ ਉਸ ਤੋਂ ਬਾਅਦ ਇਹ ਵਾਲੀ ਸਾਈਡ ਜਿਹੜੀ ਆ ਉਹਨੂੰ ਬ੍ਰੈਡਥ ਮੰਨਾਂਗੇ ਔਰ ਇਸ ਸਾਈਡ ਨੂੰ ਉਚਾਈ ਨੂੰ ਇਹਦੀ ਕੀ ਆ ਹਾਈਟ ਯਾਨੀ ਕਿ h ਮੰਨਾਂਗੇ ਠੀਕ ਹੈ। ਤੋ ਲੰਬਾਈ l ਚੌੜਾਈ ਜਿਹੜੀ ਆ ਉਹ ਕੀ ਆ b ਇਹ ਦਿਮਾਗ 'ਚ ਬਿਠਾ ਲੈਣਾ ਹੈਗਾ ਤੁਸੀਂ ਤੇ ਇਹਦੇ ਵਿੱਚੋਂ ਉਚਾਈ ਜਿਹੜੀ ਆ ਉਹਨੂੰ ਅਸੀਂ h ਨਾਲ ਰਿਪਰੈਜ਼ੈਂਟ ਕਰਾਂਗੇ। ਉਸ ਤੋਂ ਬਾਅਦ ਵਿੱਚੋਂ ਕਿਊਬ ਕੀ ਹੁੰਦਾ ਹੈ। ਕਿਊਬ ਇੱਕ ਸਪੈਸ਼ਲ ਫਾਰਮ ਕਿਊਬੋਇਡ ਦੀ ਹੁੰਦੀ ਹੈ ਜੇਕਰ ਤੁਸੀਂ ਕਿਊਬੋਇਡ ਦੇ ਵਿੱਚ ਸਾਰੀਆਂ ਸਾਈਡਾਂ ਨੂੰ ਬਰਾਬਰ ਕਰ ਦਿਓ ਮਤਲਬ ਲੈਂਥ ਬ੍ਰੈਡਥ ਤੇ ਹਾਈਟ ਜਿਹੜੀ ਆ ਸਾਰੀਆਂ ਇਕੁਅਲ ਕਰ ਦਿਓ ਤਾਂ ਵਿਦਿਆਰਥੀਓ ਤੁਹਾਨੂੰ ਫਿਰ ਕੀ ਹੈ ਇੱਕ ਕਿਊਬ ਪ੍ਰਾਪਤ ਹੋਏਗਾ ਤੇ ਕਿਊਬ ਦੇ ਵਿੱਚ 6 ਇਕੁਅਲ ਸਕੁਅਰ ਫੇਸਿਸ ਹੋਣਗੇ ਠੀਕ ਹੈ। ਤੇ ਇੱਥੇ ਸਕੁਅਰ ਫੇਸਿਸ ਆਣੇ ਆ ਇਹਦੇ ਵਿੱਚ ਰੈਕਟੈਂਗੂਲਰ ਫੇਸਿਸ ਠੀਕ ਹੈ ਇੰਨੀ ਗੱਲ ਯਾਦ ਰੱਖਣੀ ਹੈ। ਔਰ ਵਿਦਿਆਰਥੀਓ ਇਹਦੇ ਵਿੱਚ ਸਾਰੀਆਂ ਸਾਈਡਾਂ ਜਿਹੜੀਆਂ ਇਕੁਅਲ ਆਉਂਦੀਆਂ ਨੇ। ਉਸ ਤੋਂ ਬਾਅਦ ਥਰਡ ਫਿਗਰ ਜਿਹੜੀ ਆ ਉਹ ਹੋਣੀ ਹੈ ਰਾਈਟ ਸਰਕੂਲਰ ਸਿਲੰਡਰ। ਤੋ ਵਿਦਿਆਰਥੀਓ ਸਿਲੰਡਰ ਜਿਹੜਾ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵੇਲਨ ਵੀ ਆਖਦੇ ਹਾਂ ਤਾਂ ਵੇਲਨ ਕਦੋਂ ਮਿਲਦਾ ਹੈ ਤੁਸੀਂ ਕੀ ਕਰਨਾ ਇੱਕ ਰੈਕਟੈਂਗੂਲਰ ਪੇਪਰ ਲੈ ਲੈਣਾ ਇਸ ਤਰ੍ਹਾਂ ਤੁਸੀਂ ਘਰ ਵੀ ਕਰ ਸਕਦੇ ਹੋ। ਤਾਂ ਇਹਨਾਂ ਰੈਕਟੈਂਗੂਲਰ ਪੇਪਰ ਦੇ ਵਿੱਚ ਕੀ ਆ ਇਹਦਾ ਇਹ ਵਾਲਾ ਐਜ ਇਸ ਵਾਲੇ ਐਜ ਨਾਲ ਜਦੋਂ ਤੁਸੀਂ ਮਿਲਾ ਦੋਗੇ ਤਾਂ ਤੁਹਾਨੂੰ ਇੱਕ ਸਿਲੰਡਰ ਪ੍ਰਾਪਤ ਹੋਵੇਗਾ ਵੇਲਨ ਪ੍ਰਾਪਤ ਹੋਏਗਾ। ਤੇ ਵੇਲਨ ਦੇ ਵਿੱਚ ਕੀ ਆ ਵਿੱਚ ਜਿਹੜੀ ਇਹਦੀ ਆਹ ਵਾਲੀ ਜਿਹੜੀ ਚੌੜਾਈ ਹੈ ਉਹਨੂੰ ਅਸੀਂ ਇੱਥੇ ਉਚਾਈ ਕਹਿ ਦਾਂਗੇ ਤੇ ਵਿੱਚੋਂ ਇਹ ਸਰਕਮਫਰੈਂਸ ਜਿਹੜਾ ਆ ਇਹਦੀ ਕੀ ਆ ਲੰਬਾਈ ਦੇ ਬਰਾਬਰ ਹੁੰਦਾ ਹੈ ਤੇ ਇਹਨੂੰ ਵਿੱਚੋਂ ਇਹਦੀ ਸੈਂਟਰ ਤੋਂ ਜਿਹੜੀ ਆ ਡਿਸਟੈਂਸ ਹੋਏਗੀ ਇਹਨੂੰ ਅਸੀਂ ਰੇਡੀਅਸ ਆਖਦੇ ਹਾਂ ਓਕੇ। ਤੋ ਆਓ ਵਿੱਚੋਂ ਪਹਿਲਾਂ ਫਾਰਮੂਲੇ ਕਰਦੇ ਹਾਂ ਹੁਣ ਇਹ ਫਿਗਰਸ ਬਾਰੇ ਤੁਸੀਂ ਸਮਝ ਲਿਆ ਹੈ ਤੇ ਵਿੱਚੋਂ ਫਿਗਰਸ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਿਊਬ ਦੀ ਗੱਲ ਕਰੀਏ ਤਾਂ ਵਿਦਿਆਰਥੀਓ ਕਿਊਬ ਦਾ ਜਿਹੜਾ ਫਾਰਮੂਲਾ ਹੈ ਕਿਊਬ ਦੇ ਵਿੱਚ ਕਿਉਂਕਿ ਸਾਰੀਆਂ ਸਾਈਡਾਂ ਅਸੀਂ a ਦੇ ਬਰਾਬਰ ਲਈਆਂ ਨੇ ਸਾਰੀਆਂ ਸਾਈਡਾਂ a ਦੇ ਬਰਾਬਰ ਹੋਣਗੀਆਂ ਇਹਨੂੰ ਜੇ ਤੁਸੀਂ ਸਾਈਡ ਤੋਂ ਦੇਖੋ ਇੱਕ ਸਕੁਅਰਡ ਸ਼ੇਪ ਹੋਏਗਾ ਠੀਕ ਹੈ। ਤਾਂ ਵਿਦਿਆਰਥੀਓ ਦਾ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ ਹੈ 6a ਸਕੁਅਰ ਠੀਕ ਹੈ ਕੀ ਹੁੰਦਾ ਹੈ 6a ਸਕੁਅਰ। a ਦੇ ਵਿੱਚ ਕੀ ਹੈਗੇ ਨੇ ਸਰਫੇਸ ਠੀਕ ਹੈ ਤੇ ਏਰੀਆ ਆਫ ਦੀ ਸਕੁਅਰਡ ਸਰਫੇਸ ਉਹ ਤੁਹਾਨੂੰ ਪਤਾ ਹੈ a ਕਿੰਨਾ ਹੋ ਗਿਆ ਦੇਖੋ a ਸਕੁਅਰ ਹੁੰਦਾ ਹੈ ਤੇ 6 ਕੋਲੇ ਦੇ ਸਰਫੇਸ ਹਨ ਇਸ ਕਰਕੇ ਫਾਰਮੂਲਾ ਆ ਜਾਏਗਾ 6a ਸਕੁਅਰ ਠੀਕ ਹੈ। ਤੇ ਕਿਊਬੋਇਡ ਦੇ ਵਿੱਚ ਕੀ ਹੈ ਵਿੱਚੋਂ ਅਸੀਂ ਹੁਣੀ ਕੀਤਾ ਹੈ ਕਿ ਇੱਕ ਲੈਂਥ ਮੰਨਾਂਗੇ ਇੱਕ ਬ੍ਰੈਡਥ ਹੋਏਗੀ ਇੱਕ ਹਾਈਟ ਹੋਏਗੀ। ਵਿਦਿਆਰਥੀਓ ਇਹ ਇੱਕ ਰੈਕਟੈਂਗੂਲਰ ਫੇਸ ਇਹਦਾ ਉੱਪਰੋਂ ਜੇ ਤੁਸੀਂ ਦੇਖਦੇ ਹੋ ਤਾਂ ਰੈਕਟੈਂਗੂਲਰ ਫੇਸ ਹੋਣਗੇ ਇਹਦਾ ਮਤਲਬ 3 ਪੇਅਰ ਰੈਕਟੈਂਗਲਸ ਦੇ ਬਣ ਗਏ ਤੇ ਰੈਕਟੈਂਗਲ ਦਾ ਏਰੀਆ ਵਿੱਚੋਂ ਤੁਹਾਨੂੰ ਪਤਾ ਲੈਂਥ ਇਨਟੂ ਬ੍ਰੈਡਥ ਹੁੰਦਾ ਹੈ। ਤੋ ਇਹਦਾ ਫਾਰਮੂਲਾ ਟੋਟਲ ਕੀ ਬਣ ਜਾਏਗਾ ਤੋ ਇਹਦੇ ਵਿੱਚ ਲੈਂਥ ਬ੍ਰੈਡਥ ਆਮੋ ਸਾਹਮਣੇ ਦੇ ਇਹਦੇ ਉੱਪਰ ਨੀਚੇ ਦੇ ਇਹਦੇ ਵਿੱਚੋਂ ਸਾਈਡਾਂ ਵਾਲੇ ਠੀਕ ਹੈ। ਤੋ ਵਿਦਿਆਰਥੀਓ ਇਹਦੇ ਵਿੱਚ ਫਾਰਮੂਲਾ ਇਹਨੂੰ ਡਰਾਈਵ ਕਰਨ ਲਈ ਤੁਸੀਂ ਫਾਰਮੂਲਾ ਯਾਦ ਕਿਵੇਂ ਕਰਨਾ ਹੈ ਇੱਥੇ ਵਿੱਚੋਂ ਇਹਦਾ 3 ਪੁਆਇੰਟ ਲਗਾ ਲੈਣੇ ਨੇ ਔਰ ਇਹ 3 ਪੁਆਇੰਟ ਜਿਹੜੇ ਆ ਇਹ ਤੁਸੀਂ ਇਹ ਉੱਤੇ ਇੱਕ ਤੇ L ਲਿਖ ਲਓ ਇਹ ਤੇ B ਲਿਖ ਲਓ ਇਹ ਤੇ H ਲਿਖ ਲਓ ਠੀਕ ਹੈ। ਇੱਥੇ ਸਰਕਲ ਕੰਪਲੀਟ ਕਰ ਦਿਓ ਇਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਆ ਕਿਉਂਕਿ ਦੋ ਵਾਰ ਆਣਾ ਹੈ ਠੀਕ ਹੈ ਦੋ ਵਾਰ ਲੈਂਥ ਜਿਹੜੇ ਦੋ ਫੇਸ ਇਸ ਤਰ੍ਹਾਂ ਆਮੋ ਸਾਹਮਣੇ ਦੇ ਠੀਕ ਹੈ ਦੋ ਫੇਸ ਹੋਣਗੇ ਜਿਸ ਕਰਕੇ ਅਸੀਂ B ਨੂੰ L ਨੂੰ B ਨਾਲ
ਮਲਟੀਪਲਾਈ ਕਰ ਦੇਣਾ ਹੈ ਇਹਦੇ B ਨੂੰ H ਦੇ ਨਾਲ, ਠੀਕ ਹੈ, ਪਲੱਸ H ਨੂੰ L ਦੇ ਨਾਲ, ਓਕੇ। ਤੋ ਇਹ ਫਾਰਮੂਲਾ ਬੱਚੇ ਕੀ ਆ ਜਾਏਗਾ, क्यूबॉइड ਦੀ टोटल सरफेस एरिया, ठीक है, क्यूबॉइड ਦਾ टोटल सरफेस एरिया, ਓਕੇ। ਤੋ ਇਹ ਫਾਰਮੂਲਾ ਜ਼ਰੂਰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਬੱਚੇ ਸਿਲੰਡਰ ਹੈ, ਸਿਲੰਡਰ ਦੇ ਵਿੱਚ ਅਸੀਂ ਹਾਈਟ h ਮੰਨ ਲਈਏ ਤੇ ਰੇਡੀਅਸ ਅਸੀਂ r ਮੰਨ ਲਿਆ। ਤੋ ਬੱਚੋ ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਦੋ ਸਰਕਲ ਆਣੇ ਉੱਪਰ ਵਾਲੇ, ਠੀਕ ਹੈ, ਤੇ ਸਰਕਲ ਦਾ ਬੱਚੋ ਸਰਕਮਫਰੈਂਸ ਜਿਹੜਾ ਹੈ ਉਹ ਕਿਹਦੇ ਇਕੁਅਲ ਹੁੰਦਾ, ਉਹ ਹੁੰਦਾ ਹੈ 2 ਪਾਈ r, ਠੀਕ ਹੈ। ਤੇ ਵਿਦਿਆਰਥੀਓ ਇੱਥੇ ਦੋ ਸਰਫੇਸ ਆ ਜਾਣੇ ਆ, ਠੀਕ ਹੈ, ਇੱਕ ਇਹ ਵਾਲਾ ਹੋ ਜਾਏਗਾ, ਇੱਕ ਇਹ ਵਾਲਾ ਔਰ ਇੱਕ ਇਹ ਵਾਲਾ ਸਰਫੇਸ ਜਿਹੜਾ ਹੋ ਜਾਏਗਾ, ਠੀਕ ਹੈ। ਤੋ ਇਹਦੀ ਲੈਂਥ ਜਿਹੜੀ ਹੈ 2 ਪਾਈ r ਆਏਗੀ, ਲੇਕਿਨ ਅਸੀਂ ਏਰੀਆ ਕੱਢ ਰਹੇ ਹਾਂ ਤਾਂ ਏਰੀਆ ਤੁਹਾਨੂੰ ਪਤਾ ਪਾਈ r ਸਕੁਅਰ ਉੱਪਰ ਆ ਜਾਏਗਾ, ਇਹਦਾ ਪਾਈ r ਸਕੁਅਰ ਹੀ ਥੱਲੇ ਆ ਜਾਏਗਾ। ਔਰ ਜੋ ਇਹ ਵਾਲੀ ਪਾਸਵੀਂ ਸਤ੍ਹਾ ਹੁੰਦੀ ਹੈ, ਠੀਕ ਹੈ, ਜਿਹੜਾ ਸਰਕਮਫਰੈਂਸ ਹੈ, ਸਰਕਮਫਰੈਂਸ ਐਕਚੁਅਲ 'ਚ ਕਿੱਦਾਂ ਕੱਢੋਗੇ, ਇਹਦੀ h ਆ ਜਾਏਗੀ ਔਰ ਜਿਹੜੀ ਲੈਂਥ ਆ, ਲੈਂਥ ਤੋਂ ਕੀ ਬਣ ਗਿਆ ਕਿ 2 ਪਾਈ r, ਠੀਕ ਹੈ, ਯਾਨੀ ਕਿ 2 ਪਾਈ r ਇਹਦੀ ਲੈਂਥ ਜਿਹੜੀ ਆ ਉਹ ਇਹਦੇ ਸਰਕਮਫਰੈਂਸ ਦੇ ਬਰਾਬਰ ਹੀ ਹੋਏਗੀ। ਇਸ ਕਰਕੇ ਫਾਰਮੂਲਾ ਜਿਹੜਾ ਹੈ ਉਹ ਕੀ ਆ ਜਾਣਾ 2 ਪਾਈ r ਇੰਟੂ h, ਠੀਕ ਹੈ, 2 ਪਾਈ r ਇੰਟੂ h ਇਹ ਲੇਟਰਲ ਸਰਫੇਸ ਏਰੀਆ ਹੋ ਜਾਏਗਾ। ਇਹਦੇ ਵਿੱਚ ਫਿਰ ਅਸੀਂ ਕੀ ਕਰਾਂਗੇ, ਪਾਈ r ਸਕੁਅਰ ਜਿਹੜਾ ਹੈ ਉਹਦੇ ਵਿੱਚ ਐਡ ਕਰ ਦੇਣਾ, ਤੋ ਇਹ ਬਣ ਜਾਏਗਾ 2 ਪਾਈ r h। ਇਹਦੇ ਵਿੱਚੋਂ 2 ਪਾਈ ਕਾਮਨ ਹੈ, r ਵੀ ਕਾਮਨ ਹੈ ਤੇ ਅੰਦਰ ਰਹਿ ਗਿਆ r ਪਲੱਸ h, ਤੋ ਇਹਦਾ ਫਾਰਮੂਲਾ ਆ ਜਾਏਗਾ 2 ਪਾਈ r ਪਲੱਸ h, ਠੀਕ ਹੈ। ਸੋ ਇਹ ਵਿੱਚ ਟੋਟਲ ਸਰਫੇਸ ਏਰੀਆ ਦਾ ਫਾਰਮੂਲਾ ਹੈ, ਲੇਟਰਲ ਸਰਫੇਸ ਏਰੀਆ ਦਾ ਫਾਰਮੂਲਾ ਹੈ, ਯਾਨੀ ਕਿ ਪਾਸਵੀਂ ਸਤ੍ਹਾ ਦਾ ਖੇਤਰਫਲ, ਓਕੇ। ਸੋ ਆਓ ਵਿਦਿਆਰਥੀਓ ਹੁਣ ਅਸੀਂ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਇਹਦੇ ਵਿੱਚ ਪਹਿਲਾ ਸਵਾਲ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਇਹ ਕੀ ਹੈ, ਇਸ ਐਕਸਰਸਾਈਜ਼ ਦੇ ਵਿੱਚ ਕੀ ਹੈਗਾ ਕਿ ਇਸ ਸਵਾਲ ਦੇ ਵਿੱਚ ਕੀ ਹੈਗਾ ਕਿ ਦੋ ਘਣਾਕਾਰ ਡੱਬੇ ਹਨ, ਠੀਕ ਹੈ। ਜਿਸ ਤਰ੍ਹਾਂ ਕਿ ਤੁਸੀਂ ਨਾਲ ਦੇ ਚਿੱਤਰ ਵਿੱਚ ਇਹਨੂੰ ਦਰਸਾਇਆ ਗਿਆ ਹੈ ਕਿ ਇਸ ਡੱਬੇ ਨੂੰ ਬਣਾਉਣ ਲਈ ਘੱਟ ਸਮੱਗਰੀ ਦੀ ਜ਼ਰੂਰਤ ਹੋਵੇਗੀ, ਠੀਕ ਹੈ। ਤੋ ਇਹ ਸਵਾਲ ਹੈ ਵਿੱਚੋਂ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫਸਟ ਕਿਊਬਿਕਲ ਬਾਕਸ ਹੈ, ਜਿਹੜਾ ਕਿਊਬॉइड ਸ਼ੇਪ ਦੇ ਵਿੱਚ ਆ, ਇਹਦੇ ਵਿੱਚ 60 ਸੈਂਟੀਮੀਟਰ L ਦੀ ਵੈਲਿਊ ਦਿੱਤੀ ਹੈ, ਠੀਕ ਹੈ, 60 ਸੈਂਟੀਮੀਟਰ, ਔਰ B ਦੀ ਵੈਲਿਊ ਵਿੱਚੋਂ ਦਿੱਤੀ ਹੈ ਕਿੰਨੀ, 40 ਸੈਂਟੀਮੀਟਰ। ਉਸ ਤੋਂ ਬਾਅਦ h ਜਿਹੜਾ ਹੈ ਇੱਥੋਂ ਕਿੰਨਾ ਦਿੱਤਾ ਹੋਇਆ 50 ਸੈਂਟੀਮੀਟਰ, ਠੀਕ ਹੈ। ਤੇ ਦੂਸਰੇ ਜਿਹੜਾ ਕਿਊਬਿਕਲ ਬਾਕਸ ਹੈ ਉਹਦੇ ਵਿੱਚ ਲੈਂਥ ਬ੍ਰੈਡਥ ਹਾਈਟ ਜਿਹੜੀਆਂ ਸਾਰੀਆਂ ਬਰਾਬਰ ਨੇ, ਤੋ ਇਹ ਆ ਗਿਆ 50 ਸੈਂਟੀਮੀਟਰ ਇੱਥੇ ਗਿਵਨ ਹੈਗੀ ਆ, ਠੀਕ ਹੈ। ਤੋ ਸਭ ਤੋਂ ਪਹਿਲਾਂ ਅਸੀਂ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੱਢ ਲੈਂਦੇ ਹਾਂ, ਠੀਕ ਹੈ, ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ, ਸਤ੍ਹਾ ਦਾ ਖੇਤਰਫਲ। ਆਓ ਬੱਚੋ ਫਾਰਮੂਲਾ ਹੁਣੀ ਤੁਹਾਨੂੰ ਦੱਸਿਆ ਸੀ ਕੀ ਸੀਗਾ, 2 ਇੰਟੂ ਐਲ ਬੀ ਪਲੱਸ ਬੀ ਐਚ ਪਲੱਸ ਐਚ ਐਲ, ਠੀਕ ਹੈ। ਇਹ ਫਾਰਮੂਲਾ ਆਏਗਾ ਘਣਾਵ ਦੀ ਕੁੱਲ ਸਤ੍ਹਾ ਦਾ ਫਾਰਮੂਲਾ, ਮਤਲਬ ਕਿ ਇਹਦੇ ਵਿੱਚ ਟੋਟਲ ਸਰਫੇਸ, ਇੰਗਲਿਸ਼ ਮੀਡੀਅਮ ਵਾਲੇ, टोटल सरफेस एरिया ऑफ क्यूबॉइड, ठीक है। फार्मूला सेम ही रहना है, सिर्फ वर्डिंग चेंज हुई। तो 2 इंटू एल इंटू बी यानी कि ਇਹਦੇ ਵਿੱਚ ਕੀ ਹੈ 60 ਦੀ ਪਹਿਲਾਂ ਤੁਸੀਂ 40 ਨਾਲ ਗੁਣਾ ਕਰਨੀ ਹੈ, ਜਮਾ ਫਿਰ 40 ਦੀ 50 ਦੇ ਨਾਲ ਗੁਣਾ ਕਰਨੀ ਹੈ, ਫਿਰ ਪਲੱਸ ਫਿਰ ਕੀ ਹੋਏਗਾ 50 ਦੀ 60 ਨਾਲ ਗੁਣਾ ਕਰਨੀ ਹੈ, ਠੀਕ ਹੈ। ਇਟ ਮੀਨਸ ਇਹ ਕੀ ਆਏਗਾ 2 ਇੰਟੂ 6 ਚੌਕਾ 24, ਇਹ ਬਣ ਗਿਆ 2400 ਪਲੱਸ 4 ਪੰਜਾ 20, ਇਹ ਬਣ ਗਿਆ 2000, ਇਹ ਬਣ ਗਿਆ ਵਿੱਚੋਂ 6 ਪੰਜਾ 30 3000, ਠੀਕ ਹੈ। ਜਦੋਂ ਤੁਸੀਂ ਇਹਨਾਂ ਨੂੰ ਐਡ ਕੀਤਾ, ਸਾਰਿਆਂ ਨੂੰ ਐਡ ਕਰਨ ਤੇ ਬੱਚੇ ਤੁਹਾਨੂੰ 7400 ਪ੍ਰਾਪਤ ਹੋਏਗਾ, ਤੇ ਦੋ ਨਾਲ ਜਦੋਂ ਇਹਦੀ ਮਲਟੀਪਲੀਕੇਸ਼ਨ ਕਰ ਦੂੰਗੇ ਇਹ 14800 ਸੈਂਟੀਮੀਟਰ ਸਕੁਅਰ ਜਿਹੜਾ ਹੈ ਇਹਦਾ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਇੱਥੇ ਆ ਜਾਏਗਾ, ਠੀਕ ਹੈ। ਹੁਣ ਬੱਚੋ ਅਸੀਂ ਪਤਾ ਕਰਦੇ ਹਾਂ ਨੈਕਸਟ ਸਾਡਾ ਕੀ ਹੋਏਗਾ, ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ, ਠੀਕ ਹੈ। ਅਗਲਾ ਕੀ ਹੈ, ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ, ਠੀਕ ਹੈ। ਮੀਨ ਸੇਮ ਤੁਸੀਂ ਵਰਡਿੰਗ ਲਿਖ ਦੇਣੀ ਹੈ ਕਿ ਟੋਟਲ ਸਰਫੇਸ ਏਰੀਆ ਆਫ, ਬਾਕੀ ਸਾਰਾ ਸੇਮ, ਸਿਰਫ ਇੱਥੇ ਕੀ ਲਿਖੋਗੇ ਕਿਊਬ, ਠੀਕ ਹੈ। ਟੋਟਲ ਸਰਫੇਸ ਏਰੀਆ ਆਫ ਕਿਊਬ दैट विल बी इक्वल टू 6a स्क्वायर, ठीक है। तो 6 गुना ਇਹਦੇ ਵਿੱਚ ਕੀ ਆ ਜਾਣਾ 50 इंटू 50, ਠੀਕ ਹੈ। ਪਿਆਰੇ ਵਿਦਿਆਰਥੀਓ 6 ਪੰਜਾ 30, 30 ਨੂੰ 5 ਨਾਲ ਜਦੋਂ ਤੁਸੀਂ ਗੁਣਾ ਕਰੋਗੇ ਤਾਂ ਇਹ ਤੁਹਾਨੂੰ ਮਿਲੇਗਾ 150, ਤੇ ਨਾਲ ਵਿੱਚੋਂ ਦੋ ਸਿਫਰਾਂ ਆ ਜਾਣੀਆਂ, ਮਤਲਬ ਇਹ ਆ ਜਾਏਗਾ 15000 ਸੈਂਟੀਮੀਟਰ ਸਕੁਅਰ, ਠੀਕ ਹੈ। ਤੋ ਇੱਥੇ ਆ ਰਿਹਾ ਹੈ 14800 ਸੈਂਟੀਮੀਟਰ ਸਕੁਅਰ, ਔਰ ਇਹਦੇ ਵਿੱਚ 15000 ਸੈਂਟੀਮੀਟਰ ਜਿਹੜਾ ਆ ਰਿਹਾ। ਇਟ ਮੀਨਸ ਇਹਦੇ ਵਿੱਚ ਖੇਤਰਫਲ ਜਿਹੜਾ ਆ ਕੁੱਲ ਸਤ੍ਹਾ ਦਾ ਖੇਤਰਫਲ, ਟੋਟਲ ਸਰਫੇਸ ਏਰੀਆ ਕਿਊਬ ਦੇ ਵਿੱਚ ਜ਼ਿਆਦਾ ਹੈਗਾ, ਇਸ ਕਰਕੇ ਇੱਥੇ ਹੀ ਜ਼ਿਆਦਾ ਸਮਗਰੀ ਲੱਗੇਗੀ ਇਹਨੂੰ ਬਣਾਉਣ ਲਈ, ਠੀਕ ਹੈ। ਤੋ ਇਹ ਸਾਡਾ ਸਵਾਲ ਸੀਗਾ ਪਹਿਲਾ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਬੱਚੋ, ਅਗਲਾ ਕੁਐਸਚਨ ਕੀ ਹੈ ਕਿ 80 ਸੈਂਟੀਮੀਟਰ ਅਤੇ 48 ਸੈਂਟੀਮੀਟਰ ਤੇ 24 ਸੈਂਟੀਮੀਟਰ ਮਾਪ ਵਾਲੇ, ਮਤਲਬ ਲੈਂਥ ਬ੍ਰੈਡਥ ਤੇ ਹਾਈਟ ਦੇ ਦਿੱਤੀ ਹੈ, ਇੱਕ ਸੂਟ ਕੇਸ ਨੂੰ ਤਰਪਾਲ ਦੇ ਕੱਪੜੇ ਨਾਲ ਢਕਣਾ ਹੈ,
ਇਸ ਤਰ੍ਹਾਂ ਦੇ 100 ਕੇਸਾਂ ਨੂੰ ਢੱਕਣ ਲਈ 96 ਸੈਂਟੀਮੀਟਰ ਚੌੜਾਈ ਵਾਲੇ ਕਿੰਨੇ ਮੀਟਰ ਤਰਪਾਲ ਦੇ ਕੱਪੜੇ ਦੀ ਜ਼ਰੂਰਤ ਹੋਵੇਗੀ, ਠੀਕ ਹੈ। ਸੂਟਕੇਸ ਦਾ ਜਿਹੜਾ ਮੇਜਰਮੈਂਟ ਆ ਉਹ ਦਿੱਤੀਆਂ ਹੋਈਆਂ ਨੇ। ਇਹਨੂੰ ਅਸੀਂ ਕੀ ਆ ਤਰਪਲਿਨ ਦੇ ਨਾਲ ਢੱਕਣਾ ਹੈਗਾ। ਕਿੰਨੇ ਮੀਟਰ ਤਰਪਾਲ ਜਿਹੜੀ ਆ ਚਾਹੀਦੀ ਆ, ਜਿਹਦੀ ਵਿਡਥ ਹੈਗੀ 96 ਸੈਂਟੀਮੀਟਰ ਤੇ ਕਿੰਨੇ ਸੂਟਕੇਸ ਹੈਗੇ ਆ 100 ਸੂਟਕੇਸ, ਠੀਕ ਹੈ। ਸੋ ਇਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਟੋਟਲ ਸਰਫੇਸ ਏਰੀਆ ਹੀ ਫਾਈਂਡ ਕਰੋਗੇ, ਠੀਕ ਹੈ। ਟੋਟਲ ਸਰਫੇਸ ਏਰੀਆ ਆਫ ਸੂਟਕੇਸ, ਠੀਕ ਹੈ। ਉਹਦੇ ਲਈ ਵਿੱਚੋਂ ਲੈਂਥ ਬ੍ਰੈਡਥ ਜੋ ਤੁਹਾਨੂੰ ਗਿਵਨ ਹੈਗੀਆਂ, ਉਹਦੇ ਲਈ ਫਾਰਮੂਲਾ ਤੁਹਾਨੂੰ ਫਿਰ ਯਾਦ ਰੱਖਣਾ ਹੈ। ਦੇਖੋ LBH ਤਾਂ L ਦੀ B ਨਾਲ ਗੁਣਾ, ਮਤਲਬ 2 LB ਪਲੱਸ BH ਪਲੱਸ HL, ਠੀਕ ਹੈ। ਸੋ ਇਹ ਫਾਰਮੂਲਾ ਲੱਗ ਗਿਆ। ਹੁਣ ਇੱਥੇ 2 ਹੈਗਾ, ਸੋ 2 L ਕਿੰਨੀ ਆ ਵਿੱਚੋਂ 80 ਦਿੱਤਾ ਹੋਇਆ, 80 B 48 ਆ, ਪਲੱਸ B 48 24 ਪਲੱਸ 24 80, ਠੀਕ ਹੈ। ਉਹ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਵਿਦਿਆਰਥੀਓ ਇਹ ਕਿੰਨਾ ਮਿਲੇਗਾ, ਦੇਖੋ 48 ਦੀ 8 ਨਾਲ ਗੁਣਾ ਕਰੋਗੇ ਤਾਂ ਇਹ 384 ਮਿਲੂਗਾ, ਨਾਲ ਵਿੱਚੋਂ ਇੱਕ 0 ਆ ਜਾਣੀ ਹੈ। ਇਹਦੀ 48 ਦੀ 24 ਨਾਲ ਗੁਣਾ ਕਰੋਗੇ, ਇਹ ਆਏਗਾ ਵਿੱਚੋਂ 1152। ਸਿਮਿਲਰਲੀ 24 ਦੀ 80 ਨਾਲ ਜਦੋਂ ਤੁਸੀਂ ਗੁਣਾ ਕਰੋਗੇ ਇਹ ਆਏਗਾ 1920, ਠੀਕ ਹੈ। ਤੋ ਇਹਨਾਂ ਨੂੰ ਜਦੋਂ ਤੁਸੀਂ ਸੋਲਵ ਕੀਤਾ ਸਾਰਿਆਂ ਨੂੰ ਐਡ ਕਰ ਦੇਣਾ, ਐਡ ਕਰਨ ਤੇ ਕੀ ਆ 6912, ਇਹਦੀ 2 ਨਾਲ ਮਲਟੀਪਲੀਕੇਸ਼ਨ ਹੋ ਜਾਣੀ, ਇਹ ਆ ਜਾਣਾ 13,824 ਸੈਂਟੀਮੀਟਰ ਸਕੁਅਰ, ਠੀਕ ਹੈ। ਤੇ ਪਿਆਰੇ ਵਿਦਿਆਰਥੀਓ ਇਸ ਦਾ ਟੋਟਲ ਸਰਫੇਸ ਏਰੀਆ ਜਿਹੜਾ ਹੈ, ਟੋਟਲ ਸਰਫੇਸ ਏਰੀਆ ਉਹ ਕਿੰਨਾ ਆਇਆ 13,824 ਸੈਂਟੀਮੀਟਰ, ਠੀਕ ਹੈ, ਸਕੁਅਰ। ਤੇ ਵਿਦਿਆਰਥੀਓ ਇਹ ਹੈਗਾ ਇੱਕ ਸੂਟਕੇਸ ਦਾ, ਠੀਕ ਹੈ। ਇੱਕ ਸੂਟਕੇਸ ਦਾ ਕੁੱਲ ਸਤ੍ਹਾ ਦਾ ਖੇਤਰਫਲ ਜੋ ਕਿ ਵਿੱਚੋਂ ਕਿੰਨਾ ਆਇਆ 13,824 ਸੈਂਟੀਮੀਟਰ ਸਕੁਅਰ। ਮੀਨਸ ਯੂ ਕੈਨ ਸੇ ਦੀ ਸਰਫੇਸ ਏਰੀਆ ਆਫ 1 ਫੁੱਟ ਕੇਸ, ਠੀਕ ਹੈ। ਤੋ ਇਹ ਕਿੰਨਾ ਆ ਗਿਆ 13,824। ਤੇ ਵਿਦਿਆਰਥੀਓ ਇਦਾਂ ਦੇ ਕਿੰਨੇ ਸੂਟਕੇਸ ਹੈਗੇ ਨੇ 100, ਠੀਕ ਹੈ। ਇਹ ਤਾਂ ਇੱਕ ਆਇਆ, ਤੋ 100 ਸੂਟਕੇਸਾਂ ਦੀ ਕੁੱਲ ਸਤ੍ਹਾ ਦਾ ਖੇਤਰਫਲ ਤੇ 1 ਦੀ ਜਗ੍ਹਾ ਤੁਸੀਂ ਕੀ ਲਿਖ ਦੇਣਾ ਹੈ 100, ਠੀਕ ਹੈ। 100 ਸੂਟਕੇਸ। ਤੋ ਇਹਦੇ ਵਿੱਚ ਹੋਏਗਾ ਕਿ ਇੱਥੇ ਵਿੱਚ 100 ਨਾਲ ਕੀ ਹੋ ਜਾਣੀ ਹੈ ਮਲਟੀਪਲੀਕੇਸ਼ਨ 13,824 ਦੇ ਨਾਲ ਦੋ ਸਿਫਰਾਂ ਜਿਹੜੀਆਂ ਇੱਥੇ ਆ ਜਾਣੀਆਂ, ਤੋ ਇਹ ਹੋ ਜਾਏਗਾ ਵਿੱਚੋਂ 100 ਸੂਟਕੇਸਾਂ ਦਾ ਖੇਤਰਫਲ, ਠੀਕ ਹੈ। ਹੁਣ ਮੰਨ ਲਓ ਇਹਦੇ ਵਿੱਚ ਕਿ ਕੱਪੜੇ ਦੀ ਲੰਬਾਈ ਜਿਹੜੀ ਆ ਅਸੀਂ ਮੰਨ ਲੈਣੀ ਆ, ਮੰਨ ਲਓ ਕੱਪੜੇ ਦੀ ਲੰਬਾਈ, ਠੀਕ ਹੈ। ਕੱਪੜੇ ਦੀ ਲੰਬਾਈ ਅਸੀਂ ਕਿੰਨੀ ਮੰਨ ਲੈਂਦੇ ਆ, ਮੰਨ ਲਓ L ਹੈਗੀ ਆ, ਠੀਕ ਹੈ। ਮੀਨਸ ਲੈਟ ਦੀ ਲੈਂਥ ਆਫ ਕਲੋਥ, ਠੀਕ ਹੈ। ਲੈਂਥ ਆਫ ਕਲੋਥ ਤੁਹਾਨੂੰ ਚੌੜਾਈ ਉਹਦੀ ਦਿੱਤੀ ਹੋਈ ਹੈ, ਕੱਪੜੇ ਦੀ ਚੌੜਾਈ ਜਿਹੜੀ ਆ ਉਹ ਕਿੰਨੀ ਦਿੱਤੀ ਸੀ 96 ਸੈਂਟੀਮੀਟਰ, ਠੀਕ ਹੈ। ਮਤਲਬ ਕਿ ਬ੍ਰੈਡਥ ਆਫ ਕਲੋਥ ਦੈਟ ਇਜ਼ ਗਿਵਨ, ਠੀਕ ਹੈ। ਉਹ ਤੁਹਾਨੂੰ ਇੱਥੇ ਗਿਵਨ ਹੈਗੀ ਆ, ਠੀਕ ਹੈ। ਹੁਣ ਸਾਡਾ ਕੰਮ ਤੋ ਇਸ ਤੋਂ ਬਾਅਦ ਅਸੀਂ ਹੁਣ ਕੀ ਕਰਾਂਗੇ, ਆਓ ਇਹਦੇ ਵਿੱਚ ਵਿਦਿਆਰਥੀਓ ਤਰਪਾਲ ਤਰਪਾਲ ਦਾ ਤਰਪਾਲ ਦਾ ਤਰਪਾਲ ਦੇ ਇੱਦਾਂ ਲਿਖੋ, ਤਰਪਾਲ ਦੇ ਕੱਪੜੇ ਦਾ ਖੇਤਰਫਲ, ਠੀਕ ਹੈ। ਖੇਤਰਫਲ, ਓਕੇ, ਮੀਨਸ ਏਰੀਆ ਆਫ ਟਰਪਲਿਨ, ਠੀਕ ਹੈ। ਉਹ ਬੱਚੇ ਕਿੰਨਾ ਆਏਗਾ ਦੈਟ ਵਿਲ ਬੀ ਇਕੁਅਲ ਟੂ, ਇਹਦੇ ਬਰਾਬਰ ਹੋਣਾ ਲੰਬਾਈ ਗੁਣਾ ਚੌੜਾਈ, ਮਤਲਬ ਲੈਂਥ ਇਨਟੂ ਬ੍ਰੈਡਥ, ਠੀਕ ਹੈ। ਲੈਂਥ ਇੱਥੇ ਕਿੰਨੀ ਦਿੱਤੀ ਹੈ, ਉਹ ਅਸੀਂ ਮੰਨ ਲਈ L ਤੇ ਚੌੜਾਈ ਦਿੱਤੀ ਹੈ 96, ਮਤਲਬ ਇਹ ਆ ਗਿਆ 96L, ਠੀਕ ਹੈ। 96L ਆ ਗਿਆ। ਇਹਦੇ ਵਿੱਚੋਂ ਸ਼ੋਰਟ ਕੇਸਾਂ ਦਾ ਜਿਹੜਾ ਖੇਤਰਫਲ ਸੀਗਾ ਸੂਟਕੇਸਾਂ ਦਾ, ਉਹਦੇ ਕੀ ਆ ਅਸੀਂ ਇਹਨੂੰ ਬਰਾਬਰ ਕਰ ਦੇਣਾ, ਠੀਕ ਹੈ। ਤੋ ਇੱਥੋਂ L ਦੀ ਵੈਲਿਊ ਜਦੋਂ ਤੁਸੀਂ ਕੱਢੋਗੇ 13824000 ਡਿਵਾਈਡ ਬਾਈ 96, ਠੀਕ ਹੈ। ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ ਤਾਂ ਵਿੱਚੋਂ ਇੱਥੋਂ ਲੰਬਾਈ ਜਿਹੜੀ ਆ ਉਹ ਨਿਕਲਣੀ ਹੈ। ਲੰਬਾਈ ਜਿਹੜੀ ਆ ਉਹ ਕਿੰਨੀ ਨਿਕਲੇਗੀ ਆਫਟਰ ਸੋਲਵਿੰਗ ਇਟ, ਇਹ ਆ ਜਾਏਗਾ 144 ਦੇ ਨਾਲ ਦੋ ਸਿਫਰਾਂ, ਠੀਕ ਹੈ, ਸੈਂਟੀਮੀਟਰ ਦੇ ਵਿੱਚ, ਯਾਨੀ ਕਿ 144 ਕੀ ਆ ਜਾਊਗਾ ਮੀਟਰ, ਠੀਕ ਹੈ। ਇੰਨੀ ਵਿੱਚੋਂ ਉਹਦੀ ਲੈਂਥ ਜਿਹੜੀ ਆ ਕੱਪੜੇ ਦੀ ਉਹ ਚਾਹੀਦੀ ਹੈਗੀ ਆ, ਠੀਕ ਹੈ। ਤੋ ਇਹ ਸਵਾਲ ਸੀਗਾ, ਸਵਾਲ ਥੋੜਾ ਜਿਹਾ ਡਿਫਿਕਲਟ ਸੀ, ਕਾਰਨ ਕੀ ਆ ਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਇਕੱਠੀਆਂ ਆ ਗਈਆਂ ਨੇ। ਸੂਟਕੇਸਾਂ ਦੀ ਤਰਪਾਲ ਦੇ ਨਾਲ ਕੱਪੜੇ ਦੇ ਨਾਲ ਢੱਕਣਾ ਹੈਗਾ, ਤੇ ਉਹਦਾ ਵਿੱਚੋਂ ਜਿਹੜੇ ਸੂਟਕੇਸ ਆ ਉਹਦਾ ਮਾਪ ਤੁਹਾਨੂੰ ਦਿੱਤਾ ਹੀ, ਇੱਕ ਸੂਟਕੇਸ ਦਾ ਮਾਪ, ਉੱਥੋਂ ਉਹਦਾ ਟੋਟਲ ਸਰਫੇਸ ਏਰੀਆ ਫਾਈਂਡ ਆਊਟ ਕੀਤਾ। ਉਸ ਤੋਂ ਬਾਅਦ 100 ਸੂਟਕੇਸਾਂ ਦਾ ਜਿਹੜਾ ਸਰਫੇਸ ਏਰੀਆ ਉਹ ਫਾਈਂਡ ਆਊਟ ਕੀਤਾ, ਉਹਨੂੰ 100 ਨਾਲ ਮਲਟੀਪਲਾਈ ਕਰ ਦਿੱਤਾ।
ਤੋਂ ਬਾਅਦ ਵਿੱਚੋਂ ਅਸੀਂ ਮੰਨ ਲਈ ਉਹਦੀ ਲੈਂਥ ਜਿਹੜੀ ਆ ਕੱਪੜੇ ਦੀ ਉਹ ਜਿਹਦੀ ਕਿ ਚੌੜਾਈ 96 ਸੈਂਟੀਮੀਟਰ ਆ, ਉਹ ਅਸੀਂ ਮੰਨ ਲਈ L, ਤੇ ਤਰਪਾਲ ਦੇ ਕੱਪੜੇ ਦਾ ਖੇਤਰਫਲ ਜਿਹੜਾ ਲੰਬਾਈ ਗੁਣਾ ਚੌੜਾਈ ਦੇ ਬਰਾਬਰ ਆਏਗਾ ਤੇ ਕਿਹਦੇ ਬਰਾਬਰ ਆ ਜਾਣਾ, ਜੋ ਕਿ 100 ਸੂਟਕੇਸਾਂ ਦੇ ਖੇਤਰਫਲ ਦੇ ਬਰਾਬਰ, ਠੀਕ ਹੈ। ਤੇ ਸਰਫੇਸ ਏਰੀਆ ਦੇ ਬਰਾਬਰ, ਠੀਕ ਹੈ। ਉੱਥੋਂ ਫਿਰ ਲੰਬਾਈ ਜਿਹੜੀ ਹੈ। ਪਿਆਰੇ ਵਿਦਿਆਰਥੀਓ, ਨੈਕਸਟ ਸਵਾਲ ਹੈ, ਫਾਈਂਡ ਦੀ ਸਾਈਡ ਆਫ ਦੀ ਕਿਊਬ ਹੂਜ਼ ਸਰਫੇਸ ਏਰੀਆ ਇਜ਼ 600 ਸੈਂਟੀਮੀਟਰ ਸਕੁਅਰ, ਵੈਰੀ ਮੱਚ ਇੰਪੋਰਟੈਂਟ। ਇਹਦੇ ਵਿੱਚ ਕੀ ਹੈ, ਤੁਸੀਂ ਘਣ ਦੀ ਭੁਜਾ ਜਿਹੜੀ ਆ ਉਹ ਪਤਾ ਕਰਨੀ ਹੈ ਜਿਸ ਦੀ ਕੁੱਲ ਸਤ੍ਹਾ ਦਾ ਖੇਤਰਫਲ 600 ਸੈਂਟੀਮੀਟਰ ਸਕੁਅਰ ਦਿੱਤਾ ਹੋਇਆ, ਠੀਕ ਹੈ। ਇਹਦੇ ਵਿੱਚ ਤੁਸੀਂ ਕੀ ਕਰੋਗੇ, ਲੈਟ ਦੀ ਸਾਈਡ ਆਫ ਕਿਊਬ, ਠੀਕ ਹੈ, ਸਾਈਡ ਆਫ ਕਿਊਬ ਦੈਟ ਇਜ਼ ਇਕੁਅਲ ਟੂ, ਉਹਨੂੰ ਮੰਨ ਲੈਂਦੇ ਆ, ਉਹਨੂੰ ਅਸੀਂ ਵਿੱਚੋਂ a ਮੰਨ ਲੈਂਦੇ, ਓਕੇ। ਸਾਈਡ ਆਫ ਕਿਊਬ ਜਿਹੜੀ ਆ ਉਹ ਕਿੰਨੀ ਆ, ਇਹ ਹੈਗੀ ਆ, ਮਤਲਬ ਪੰਜਾਬੀ ਚ ਤੁਸੀਂ ਕਹੋਗੇ ਕਿ ਮੰਨ ਲਓ ਘਣ ਦੀ ਭੁਜਾ ਦੈਟ ਇਜ਼ ਇਕੁਅਲ ਟੂ, ਮੰਨ ਲਈ ਅਸੀਂ a ਸੈਂਟੀਮੀਟਰ, ਠੀਕ ਹੈ, a ਸੈਂਟੀਮੀਟਰ ਮੰਨ ਲੈਂਦੇ ਆ। ਤੇ ਵਿਦਿਆਰਥੀਓ, ਇੱਥੇ ਘਣ ਦੀ ਸਤ੍ਹਾ ਦਾ ਖੇਤਰਫਲ ਕਿਹਦੇ ਬਰਾਬਰ ਆਏਗਾ, ਘਣ ਦੀ ਸਤ੍ਹਾ ਦਾ ਖੇਤਰਫਲ, ਠੀਕ ਹੈ, ਉਹ ਕਿਹਦੇ ਬਰਾਬਰ ਆਏਗਾ, ਉਹ ਸਾਨੂੰ ਪਤਾ ਉਹ ਕੀ ਹੁੰਦਾ, 6a ਸਕੁਅਰ ਦੇ ਬਰਾਬਰ ਹੁੰਦਾ। ਘਣ ਦੀ ਸਤ੍ਹਾ ਦਾ ਖੇਤਰਫਲ ਇਹ ਤੁਹਾਨੂੰ ਦਿੱਤਾ ਹੋਇਆ 600 ਬਰਾਬਰ 6a ਸਕੁਅਰ, ਠੀਕ ਹੈ। ਆਹ ਵਿੱਚੋਂ ਇਹਦੇ ਨਾਲ ਕੱਟ ਦੇਣਾ, ਬਹੁਤ ਇੰਪੋਰਟੈਂਟ ਆ ਇਹ। ਮਤਲਬ ਕੱਟਿਆ ਕਿਹਦਾ ਕਿ 600 ਦੀ 6 ਨਾਲ ਭਾਗ ਹੋਈ ਤਾਂ ਤੁਹਾਨੂੰ ਕਿੰਨਾ ਮਿਲ ਗਿਆ, 100, ਠੀਕ ਹੈ। ਤੇ ਵਿਦਿਆਰਥੀਓ 100 ਕਿਹਦੇ ਬਰਾਬਰ ਹੈ, a ਸਕੁਅਰ ਦੇ। ਤੁਸੀਂ 100 ਨੂੰ ਕਿੱਦਾਂ ਲਿਖ ਸਕਦੇ ਆ, 10 ਦੀ ਪਾਵਰ 2, ਤੇ ਵਿਦਿਆਰਥੀਓ a ਦੀ ਕੀਮਤ ਕਿੰਨੀ ਆਏਗੀ, 10 ਸੈਂਟੀਮੀਟਰ, ਠੀਕ ਹੈ। तो ਇਹਦਾ ਆਨਸਰ ਆਏਗਾ, ਵੈਰੀ ਮੱਚ ਇੰਪੋਰਟੈਂਟ, ਚੰਗੀ ਤਰ੍ਹਾਂ ਕਰ ਲੈਣਾ। ਅਗਲੇ ਸਵਾਲ ਵੱਲ ਵਧਦੇ ਹਾਂ। ਅਗਲਾ ਹੈਗਾ, ਰੁਖਸਾਰ ਪੇਂਟਡ ਦੀ ਆਊਟਸਾਈਡ ਆਫ ਏ ਕੈਬਨਿਟ ਆਫ ਮੇਅਰ ਇਹਦਾ ਕਿੰਨਾ ਹੈਗਾ, ਲੈਂਥ ਇਹਦੀ ਵਿੱਚੋਂ ਦਿੱਤੀ ਹੈ 1 ਮੀਟਰ, ਬ੍ਰੈਡਥ ਲੈਂਥ ਇਹਦੀ 2 ਮੀਟਰ ਦਿੱਤੀ ਹੈ, ਮੰਨ ਲਓ ਕਿ ਬ੍ਰੈਡਥ, ਚਲੋ ਜਿੱਦਾਂ ਡਾਇਮੈਂਸ਼ਨ ਲਿਖੀਆਂ ਅਸੀਂ ਇੱਦਾਂ ਹੀ ਕਵਾਂਗੇ ਕਿ 1 into 2 into 1.5 ਮੀਟਰ, ਠੀਕ ਹੈ। ਹਾਊ ਮਚ surface area did she covered if she painted the all except bottom of the cabinet, ਇਹਦੇ ਵਿੱਚ bottom ਨਹੀਂ on ਕਰਨੀ ਹੈ, ਠੀਕ ਹੈ। ਇਹ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ। bottom ਵਾਲਾ ਏਰੀਆ ਜਿਹੜਾ ਆ ਉਹ ਅਸੀਂ ਨਹੀਂ ਲੈਣਾ, ਇੱਕ ਮਤਲਬ ਕਿ upper surface ਦਾ ਏਰੀਆ ਲਵਾਂਗੇ ਆਹ ਵਾਲੇ ਦਾ, ਇਹਦੇ ਥੱਲੇ ਵਾਲਾ ਨਹੀਂ ਲਵਾਂਗੇ। ਜਿਸ ਕਰਕੇ ਬੱਚੇ ਇਹ ਫਾਰਮੂਲਾ ਜਿਹੜਾ ਹੈ ਇਹ ਯਾਦ ਰੱਖਣਾ, ਇਹ ਫਾਰਮੂਲਾ ਚੇਂਜ ਕਰ ਜਾਂਦਾ ਹੈ ਥੋੜਾ, ਇਸ ਤਰ੍ਹਾਂ ਚੇਂਜ ਕਰਦਾ ਹੈ, ਆਓ ਇਸ ਬਾਰੇ ਡਿਸਕਸ ਕਰਦੇ ਹਾਂ। ਤੋ ਵਿਦਿਆਰਥੀਓ, ਇੱਥੇ ਫਾਰਮੂਲੇ ਦੇ ਵਿੱਚ ਪਹਿਲਾਂ ਅਸੀਂ ਫਾਰਮੂਲੇ ਦੇਖ ਲੈਂਦੇ ਹਾਂ ਕਿ ਜਦੋਂ ਤੁਸੀਂ ਦੋ ਸਰਫੇਸ ਦੇ ਵਿੱਚੋਂ ਇੱਕ ਸਰਫੇਸ ਜਿਹੜਾ ਹੈ ਉਹਨੂੰ ਛੱਡਣਾ ਹੁੰਦਾ ਹੈ, ਠੀਕ ਹੈ, ਦੋ ਇਕੁਅਲ ਸਰਫੇਸ ਦੇ ਵਿੱਚੋਂ, ਤੇ ਫਿਰ ਫਾਰਮੂਲਾ ਕੀ ਰਹਿੰਦਾ ਹੈ, ਮਤਲਬ ਅਸੀਂ ਆਹ ਵਾਲਾ ਸਰਫੇਸ ਜਿਹੜਾ, ਕਿਉਂਕਿ ਥੱਲੇ ਤਾਂ ਪੇਂਟ ਕਰਨਾ ਨਹੀਂ ਉਹਨਾਂ ਨੇ, ਉਹ ਧਰਤੀ ਦੇ ਨਾਲ ਲੱਗ ਗਿਆ, ਠੀਕ ਹੈ, ਆਊਟਰ ਸਰਫੇਸ ਕਵਰ ਕਰਨੀ ਹੈ ਤਾਂ ਇਹਨੂੰ ਅਸੀਂ ਪੇਂਟ ਨਹੀਂ ਕਰਨਾ, ਤਾਂ ਇਹਨੂੰ ਛੱਡ ਦੇਣਾ ਹੈ, ਬਾਕੀ ਸਾਰੇ ਸਰਫੇਸ ਲੈ ਲੈਣੇ ਆ। ਇਹਦੇ ਵਿੱਚ ਕੀ ਆ ਰਿਹਾ, ਇੱਕ L ਤੇ ਇੱਕ B ਆ ਰਿਹਾ, ਇਟ ਮੀਨਸ ਸਾਡਾ ਫਾਰਮੂਲਾ ਜਿਹੜਾ ਹੈ ਉਹ ਕੀ ਆ ਜਾਊਗਾ, ਫਾਰਮੂਲੇ ਦੇ ਅਕੋਰਡਿੰਗਲੀ ਥੱਲੇ ਵਾਲਾ ਸਰਫੇਸ ਨਹੀਂ ਨਾ ਕਰ ਰਹੇ, ਹਾਈਟ ਤਾਂ ਉਹਦੀ ਕਰਨੀ ਹੈਗੀ ਆ, ਠੀਕ ਹੈ, L into B, ਇਸ ਕਰਕੇ ਇੱਥੇ ਕੀ LBH, तो ਇਹ ਕੀ ਆ L into B ਇੱਕ ਵਾਰੀ ਲਿਖਣਾ, ਪਲੱਸ 2 into ਫਿਰ B into H ਪਲੱਸ H into L, ਠੀਕ ਹੈ। ਤਾਂ ਇਹ ਸਾਡਾ ਫਾਰਮੂਲਾ ਇੱਥੇ ਬਣੇਗਾ ਜੇਕਰ ਅਸੀਂ ਥੱਲੇ ਵਾਲਾ ਸਰਫੇਸ ਜਿਹੜਾ ਆ ਪੋਲਿਸ਼ ਨਹੀਂ ਕਰਨਾ ਹੈਗਾ, ਠੀਕ ਹੈ। ਤਾਂ ਆਓ ਬੱਚੋ ਇਸ ਦੇ ਅਕੋਰਡਿੰਗਲੀ ਇਹ ਸਵਾਲ ਹੁਣ ਕਰਨ ਲੱਗੇ ਹਾਂ, ਇਹ ਸਾਡਾ ਫਾਰਮੂਲਾ ਆ ਗਿਆ। ਤੋ ਵਿਦਿਆਰਥੀਓ, ਅਸੀਂ ਕੀ ਕਵਾਂਗੇ ਕਿ ਕੈਬਨਿਟ ਦੀ ਥੱਲੇ ਵਾਲੀ ਸਤ੍ਹਾ ਨੂੰ ਛੱਡ ਕੇ ਬਾਕੀ ਸਾਰੀਆਂ ਸਤ੍ਹਾ ਦਾ ਖੇਤਰਫਲ, ਠੀਕ ਹੈ, ਬਸ ਇਹ ਫਾਰਮੂਲਾ ਲਗਾਉਣਾ ਹੈ। ਉਹਦੇ ਲਈ ਫਾਰਮੂਲਾ ਕੀ ਹੈਗਾ, ਬੀ L into B ਪਲੱਸ 2 into BH ਪਲੱਸ HL, ਠੀਕ ਹੈ। ਇਹਦੇ ਵਿੱਚ ਤੁਸੀਂ ਹੁਣ L ਕਿਹੜੀ ਮੰਨ ਲਓ ਉਹ ਤੁਹਾਡੇ ਤੇ ਆ, ਤੁਸੀਂ L ਇੱਦਾਂ ਕਰੋ, ਇਹਨੂੰ 1 ਮੰਨ ਲਓ, L ਜਿਹੜਾ 1 ਸੈਂਟੀਮੀਟਰ ਮੰਨ ਲੈਂਦੇ ਆ, ਬ੍ਰੈਡਥ ਜਿਹੜੀ ਆ ਉਹ 2 ਮੀਟਰ ਲੈ ਲੈਂਦੇ ਆ, ਠੀਕ ਹੈ, ਇਹ ਵੀ 1 ਮੀਟਰ ਹੈਗੀ ਆ, ਤੇ ਹਾਈਟ ਜਿਹੜੀ ਆ ਉਹ ਅਸੀਂ 1.5 ਮੀਟਰ ਲੈ ਲੈਂਦੇ ਹਾਂ, ਠੀਕ ਹੈ। 12 into B ਯਾਨੀ ਕਿ 1 into 2 ਪਲੱਸ ਇੱਥੇ 2 ਟਾਈਮ ਆ ਜਾਣਾ, B into H ਕਿੰਨਾ ਆ ਜਾਏਗਾ, 2 1.5 ਪਲੱਸ H ਕਿੰਨਾ 1.5 into 1, ਠੀਕ ਹੈ। ਤੋ ਇਹਨੂੰ ਸੋਲਵ ਕਿੱਦਾਂ ਕਰਨਾ, ਦੇਖੋ 2 into 1 ਇਹਦਾ 2 ਆ ਗਿਆ, ਪਲੱਸ ਇਸ ਤੋਂ ਬਾਅਦ ਵਿਦਿਆਰਥੀਓ ਇੱਥੇ ਕੀ ਹੈ, 2 ਦੀ 1.5 ਨਾਲ ਮਲਟੀਪਲੀਕੇਸ਼ਨ ਕਰ ਦੇਣੀ ਹੈ। ਜਦੋਂ ਤੁਸੀਂ ਮਲਟੀਪਲੀਕੇਸ਼ਨ ਕਰੋਗੇ ਤਾਂ ਇਹ ਆ ਜਾਏਗਾ 3, ਠੀਕ ਹੈ, ਕਿਉਂਕਿ 1.3 ਜਿਹੜਾ ਆ
ਕਿੰਨਾ ਹੋਵੇਗਾ 3/2 2 ਨਾਲ 2 ਕੱਟ ਜਾਣੇ 3 ਰਹਿ ਜਾਣਾ ਉੱਥੇ, ਠੀਕ ਹੈ। ਤੋ ਇੱਥੇ ਜਿਹੜਾ ਆ 1.5 ਆ ਜਾਣਾ। ਤੋ ਇਹਦਾ ਮਤਲਬ ਇਹ ਕੀ ਆ ਜਾਊਗਾ 2 + 2 ਇੰਟੂ 3 ਨੂੰ 1.5 'ਚ ਜਦੋਂ ਤੁਸੀਂ ਐਡ ਕਰੋਗੇ ਇਹ ਆ ਜਾਣਾ 4.5, ਠੀਕ ਹੈ 4.5। ਤੋ ਇਹ ਬੱਚੋ 4.9 ਇੰਟੂ 2 ਕਿੰਨਾ ਆ ਗਿਆ 9, ਡਬਲ ਹੋ ਗਿਆ ਨਾ 4.5 ਦਾ। ਤੋ 2 ਜਮਾ 9 ਜਿਹੜਾ ਹੈ ਕਿੰਨਾ ਆ ਜਾਏਗਾ 11, ਠੀਕ ਹੈ। ਤੋ 11 ਮੀਟਰ ਸਕੁਏਅਰ ਜਿਹੜਾ ਆ ਇਹਨਾਂ ਵਿੱਚੋਂ ਕੁੱਲ ਸਤ੍ਹਾ ਦਾ ਖੇਤਰਫਲ ਆ ਗਿਆ, ਜਿਹਨੂੰ ਹੁਣ ਕੀ ਆ ਪੇਂਟ ਕਰਨਾ ਹੈਗਾ, ਠੀਕ ਹੈ। ਸੋ ਇਹ ਸਾਡਾ ਫਾਰਮੂਲੇ ਦੇ ਅਕੋਰਡਿੰਗਲੀ ਸਵਾਲ ਜਿਹੜਾ ਆ ਹੱਲ ਹੋ ਗਿਆ, ਠੀਕ ਹੈ। ਤੋ ਆਓ ਬੱਚੋ ਅਗਲਾ ਸਵਾਲ ਕੱਢਦੇ ਹਾਂ ਹੁਣ। ਅਗਲਾ ਕੁਐਸਚਨ ਨੰਬਰ ਹੈਗਾ 5, ਠੀਕ ਹੈ। ਕੁਐਸਚਨ ਨੰਬਰ 5 ਦੇ ਵਿੱਚ ਕੀ ਹੈ ਕਿ ਡੈਨੀਅਲ ਇਜ਼ ਪੇਂਟਿੰਗ ਦੀ ਵਾਲ ਐਂਡ ਸੀਲਿੰਗ ਆਫ a cubicle hall with length, breadth and height of 15 ਮੀਟਰ, 10 ਮੀਟਰ ਐਂਡ 7 ਮੀਟਰ ਰਿਸਪੈਕਟਿਵਲੀ। ਮਤਲਬ ਇਹਦੇ ਵਿੱਚ L ਜਿਹੜੀ ਆ ਉਹ 15 ਮੀਟਰ ਦੇਤਾ, ਬ੍ਰੈਡਥ ਜਿਹੜੀ ਆ ਉਹ 10 ਮੀਟਰ ਦੇਤੀ ਤੇ ਹਾਈਟ ਜਿਹੜੀ ਆ ਉਹ 7 ਮੀਟਰ ਦੇ ਦਿੱਤੀ, ਠੀਕ ਹੈ। ਫਰੋਮ ਈਚ can of paint 100 meter square of the area is painted, how many cans of paint will she need to paint the room, ਠੀਕ ਹੈ। ਤੋ ਵਿਦਿਆਰਥੀਓ ਮਤਲਬ ਇਹਦੇ ਵਿੱਚ ਕੀ ਹੈਗਾ ਕਿ ਡੈਨੀਅਲ ਇੱਕ ਇਸ ਤਰ੍ਹਾਂ ਦੇ ਘਣਾਕਾਰ ਕਮਰੇ ਦੀਆਂ ਤਸਵੀਰਾਂ ਅਤੇ ਛੱਤ ਨੂੰ ਪੇਂਟ ਕਰ ਰਿਹਾ ਹੈ ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ 15 ਮੀਟਰ, 10 ਮੀਟਰ ਅਤੇ 7 ਮੀਟਰ ਹੈ। ਪੇਂਟ ਦੇ ਹਰੇਕ ਡੱਬੇ ਨਾਲ 100 ਮੀਟਰ ਸਕੁਏਅਰ ਖੇਤਰਫਲ ਨੂੰ ਪੇਂਟ ਕੀਤਾ ਜਾ ਸਕਦਾ ਹੈ, ਤਾਂ ਉਸ ਕਮਰੇ ਲਈ ਉਸ ਨੂੰ ਪੇਂਟ ਦੇ ਕਿੰਨੇ ਡੱਬਿਆਂ ਦੀ ਜ਼ਰੂਰਤ ਹੋਵੇਗੀ, ਠੀਕ ਹੈ। ਤੋ ਇਹ ਸਾਡਾ ਸਵਾਲ ਹੈਗਾ। ਆਓ ਬੱਚੋ ਸੋਲਵ ਕਰਦੇ ਹਾਂ। ਤੋ ਤੋ ਅਗੇਨ ਬੱਚਿਓ ਇਹਦੇ ਵਿੱਚ ਕੀ ਹੈ ਕਿਊਬੀਕਲ ਬਾਕਸ ਤੁਸੀਂ ਇਸ ਤਰ੍ਹਾਂ ਬਣਾ ਲਓ, ਠੀਕ ਹੈ। ਇਸ ਕਿਊਬੀਕਲ ਬਾਕਸ ਦੇ ਵਿੱਚ ਬਾਕਸ ਨੂੰ ਅਸੀਂ ਕੀ ਹੈ ਇਹਨੂੰ ਰੂਮ ਦਾ ਹੀ ਨਾਮ ਦੇ ਦੇਣਾ, ਠੀਕ ਹੈ। ਤੋ ਇਹਦੇ ਵਿੱਚ ਵਿਦਿਆਰਥੀਓ ਕੀ ਹੈ ਦੀਵਾਰਾਂ ਦੀਵਾਰਾਂ ਅਤੇ ਛੱਤ ਨੂੰ ਪੇਂਟ ਕਰ ਰਿਹਾ ਹੈ, ਦੀਵਾਰਾਂ ਨੂੰ ਪੇਂਟ ਕਰ ਰਿਹਾ ਤੇ ਛੱਤ ਨੂੰ ਪੇਂਟ ਕਰ ਰਿਹਾ। ਇਹਦਾ ਮਤਲਬ ਫਰਸ਼ ਜਿਹੜਾ ਉਹ ਪੇਂਟ ਨਹੀਂ ਹੋਣਾ, ਠੀਕ ਹੈ। ਆਹ ਦੀਵਾਰਾਂ ਹੋ ਗਈਆਂ, ਆਹ ਛੱਤ ਹੋ ਗਈ, ਠੀਕ ਹੈ। ਤੋ ਇਹਨਾਂ ਨੂੰ ਅਸੀਂ ਪੇਂਟ ਕਰਨਾ ਹੈਗਾ। ਇਟ ਮੀਨਸ ਅਗੇਨ ਆ ਲੈਂਥ ਅਗਰ ਮੰਨ ਲੈਂਦੇ ਇਹਨੂੰ ਬ੍ਰੈਡਥ ਮੰਨ ਲੈਂਦੇ ਇਹਨੂੰ ਹਾਈਟ ਮੰਨ ਲੈਂਦੇ, ਲੈਂਥ ਜਿਹੜੀ 15 ਮੀਟਰ ਇੱਥੇ ਗਿਵਨ ਹੈ, ਬ੍ਰੈਡਥ ਜਿਹੜੀ ਹੈ 10 ਮੀਟਰ ਗਿਵਨ ਹੈ ਔਰ ਹਾਈਟ ਜਿਹੜੀ ਆ 7 ਮੀਟਰ ਗਿਵਨ ਹੈ। ਤੋ ਕਮਰੇ ਦੀਆਂ, ਠੀਕ ਹੈ, ਕਮਰੇ ਦੀਆਂ ਕੀ ਆ ਦੀਵਾਰਾਂ ਅਤੇ ਛੱਤ ਦਾ ਖੇਤਰਫਲ, ਠੀਕ ਹੈ, ਉਹ ਅਸੀਂ ਫਾਈਂਡ ਆਊਟ ਕਰਨਾ ਹੈਗਾ। ਉਹਦੇ ਲਈ ਫਾਰਮੂਲਾ ਅਗੇਨ L ਇੰਟੂ ਬੀ ਇੱਕ ਵਾਰ ਲੱਗੂਗਾ, ਫਿਰ 2 ਇੰਟੂ ਫਿਰ ਕੀ ਆ ਜਾਣਾ B ਇੰਟੂ H ਪਲੱਸ H ਇੰਟੂ L, ਜਿੱਦਾਂ ਪਿਛਲੇ ਵਿੱਚ ਅਸੀਂ ਕਰਕੇ ਆਏ ਹਾਂ, ਠੀਕ ਹੈ। ਤੋ ਲੈਂਥ ਇੱਥੇ 15 ਹੈ ਮੀਟਰ ਔਰ ਬ੍ਰੈਡਥ ਜਿਹੜੀ ਆ ਉਹ ਵਿੱਚੋਂ 10 ਹੈਗੀ ਆ, ਪਲੱਸ B ਇਹਦੇ ਵਿੱਚ ਕਿੰਨਾ ਹੈਗਾ 10, H ਕਿੰਨਾ 7, H 7 ਹੈ, L ਕਿੰਨਾ ਹੈਗਾ 5, ਠੀਕ ਹੈ। ਤੋ ਇਹਨੂੰ ਬੱਚੇ ਸੋਲਵ ਕਰਦੇ ਆ, ਇਹ ਕਿੰਨਾ ਬਣ ਜਾਊਗਾ 150 ਜਮਾ 2, ਇੱਥੇ ਕਿੰਨਾ ਆ ਜਾਏਗਾ 70, 10 ਦੀ 7 ਨਾਲ ਗੁਣਾ ਕੀਤੀ 70 ਆ ਗਿਆ, 15 ਸੱਤਾ ਕਿੰਨਾ ਹੋ ਗਿਆ 105, ਠੀਕ ਹੈ। ਤੋ 150 ਪਲੱਸ 2 ਇਹਨਾਂ ਦੋਨਾਂ ਨੂੰ ਐਡ ਕਰ ਦਿਓ, ਇਹ ਬਣ ਜਾਏਗਾ 175 ਤੇ ਵਿਦਿਆਰਥੀਓ 175 ਦਾ ਮਤਲਬ ਇਹਨਾਂ ਦੋਨਾਂ ਨੂੰ ਇਹਦਾ ਡਬਲ ਕਰ ਦੇਣਾ, ਡਬਲ ਕਰੋਗੇ 5 ਜਮਾ 5 10, ਇੱਥੇ ਕਿੰਨਾ ਆ ਜਾਏਗਾ ਵਿਦਿਆਰਥੀਓ 7 ਜਮਾ 7 14, 14 ਜਮਾ 1 15, ਠੀਕ ਹੈ। ਤੋ 1 ਕੈਰੀ ਹੋ ਗਿਆ, ਇਹਦਾ ਮਤਲਬ ਇਹ ਬਣ ਗਿਆ 350, ਠੀਕ ਹੈ। 350 ਆ ਗਿਆ, ਜਦੋਂ ਦੋਨਾਂ ਨੂੰ ਤੁਸੀਂ ਜੋੜੋਗੇ ਤਾਂ ਇਹ ਵਿੱਚੋਂ ਬਣ ਜਾਏਗਾ 500, ਠੀਕ ਹੈ। 500 ਮੀਟਰ ਸਕੁਏਅਰ ਜਿਹੜਾ ਏਰੀਆ ਹੈਗਾ ਉਹ ਇੱਥੇ ਪੇਂਟ ਹੋਣਾ ਹੈ। ਅਗਰ ਇਹਨਾਂ ਵਿੱਚੋਂ ਪੇਂਟ ਹੋਣਾ ਹੈ ਤੇ ਇੱਕ ਡੱਬੇ ਦੇ ਨਾਲ ਕੀ ਹੈ 100 ਮੀਟਰ ਸਕੁਏਅਰ ਖੇਤਰਫਲ ਜਿਹੜਾ ਪੇਂਟ ਹੋ ਰਿਹਾ। ਅਗਰ ਇੰਨਾ ਪੇਂਟ ਹੋ ਰਿਹਾ ਤੇ ਬੱਚੇ ਕਮਰੇ ਨੂੰ ਰੰਗ ਕਰਨ ਲਈ ਡੱਬਿਆਂ ਦੀ ਲੋੜ ਹੋਰ ਕਿੰਨੀ ਪਵੇਗੀ, ਕਮਰੇ ਨੂੰ ਰੰਗ ਕਰਨ ਲਈ ਲੋੜੀਂਦੇ ਡੱਬਿਆਂ ਦੀ ਲੋੜ ਜਾਂ ਜ਼ਰੂਰਤ, ਠੀਕ ਹੈ। ਸੋ ਨੰਬਰ ਆਫ ਕੀ ਲਿਖੋਗੇ ਤੁਸੀਂ, ਨੰਬਰ ਆਫ ਬਾਕਸਿਸ ਰਿਕੁਆਇਰਡ ਟੂ ਪੇਂਟ ਦੀ ਰੂਮ, ਠੀਕ ਹੈ। ਤਾਂ ਉਹ ਕਿੰਨਾ ਆ ਜਾਏਗਾ 500 ਬਟਾ 100, 100 ਨਾਲ ਡਿਵਾਈਡ ਕਰਨਾ ਪਊਗਾ, ਠੀਕ ਹੈ ਜੀ। ਸੋ ਇਹਦਾ ਮਤਲਬ ਇੱਥੇ 5 ਡੱਬਿਆਂ ਦੀ ਸਾਨੂੰ ਜ਼ਰੂਰਤ ਪਵੇਗੀ। ਸੋ ਦਿਸ ਇਜ਼ ਆਨਸਰ, ਠੀਕ ਹੈ। ਸੋ ਇਹ ਆਨਸਰ ਹੈਗਾ 5 ਡੱਬੇ ਉੱਥੇ ਜ਼ਰੂਰਤ ਪਵੇਗੀ, 5 ਡੱਬਿਆਂ ਦੀ ਟੂ ਪੇਂਟ ਦੀ ਹੋਲ ਰੂਮ ਐਕਸੈਪਟ ਗਰਾਊਂਡ ਫਲੋਰ, ਠੀਕ ਹੈ। ਸੌਰੀ ਫਲੋਰ, ਸਿੱਧਾ ਗਰਾਊਂਡ ਫਲੋਰ ਨਹੀਂ, ਤੁਸੀਂ ਸਿੱਧਾ ਕਹਿ ਲਓ ਫਲੋਰ, ਫਲੋਰ ਨੂੰ ਅਸੀਂ ਰੰਗ ਨਹੀਂ ਕਰਨਾ ਹੈ, ਠੀਕ ਹੈ, ਅਕੋਰਡਿੰਗ ਟੂ ਕੁਐਸਚਨ। ਪਿਆਰੇ ਵਿਦਿਆਰਥੀਓ ਅਗਲਾ ਕੁਐਸਚਨ ਨੰਬਰ 6 ਹੈ ਕਿ ਵਰਣਨ ਕਰੋ ਕਿ ਸੱਜੇ ਪਾਸੇ ਦਿੱਤੇ ਗਏ ਚਿੱਤਰ ਕਿਸ ਤਰ੍ਹਾਂ ਸਮਾਨ ਹਨ ਅਤੇ ਕਿਸ ਤਰ੍ਹਾਂ ਇੱਕ ਦੂਸਰੇ ਤੋਂ ਵੱਖਰੇ ਹਨ, ਕਿਸ ਡੱਬੇ ਦਾ 5ਵੀਂ ਸਤ੍ਹਾ ਦਾ ਖੇਤਰਫਲ ਜ਼ਿਆਦਾ ਹੈ। ਤੋ ਵਿਦਿਆਰਥੀਓ ਕੀ ਕਰਨਾ ਹੈ,
Describe how two figures at the right are alike and how they are different. Which box has the larger lateral surface area? ਠੀਕ ਹੈ, ਇਹ find out ਕਰਨਾ ਹੈਗਾ। ਤੋ ਵਿਦਿਆਰਥੀਓ ਦੋਨਾਂ ਦੀ ਉਚਾਈ ਜਿਹੜੀ ਆ ਦੇਖੋ, ਤੁਸੀਂ ਧਿਆਨ ਨਾਲ ਦੇਖੋ, ਇਹਦੀ ਵੀ 7 ਸੈਂਟੀਮੀਟਰ ਹੈ, ਇਹਦੀ ਵੀ 7 ਸੈਂਟੀਮੀਟਰ। ਉਚਾਈ ਦੋਨਾਂ ਦੀ ਬਰਾਬਰ ਹੈਗੀ ਆ, ਉਚਾਈ ਦੋਨਾਂ ਦੀ ਸਮਾਨ ਆ, ਲੇਕਿਨ ਇੱਕ ਬੱਚੋ ਇੱਥੇ ਵੇਲਣ ਹੈਗਾ ਫਸਟ ਵਾਲਾ, ਤੇ ਦੂਸਰਾ ਜਿਹੜਾ ਹੈ ਉਹ ਘਾਣ ਦੇ ਰੂਪ ਵਿੱਚ ਆ, ਕਿਉਂਕਿ ਸਾਰੀਆਂ ਸਾਈਡਾਂ ਇਸ ਕੇਸ ਦੇ ਵਿੱਚ ਬਰਾਬਰ ਹੈਗੀਆਂ। ਠੀਕ ਹੈ, ਤੋ ਅਸੀਂ ਸਭ ਤੋਂ ਪਹਿਲਾਂ ਵੇਲਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, ਵੇਲਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, ਠੀਕ ਹੈ। ਤੋ ਪਾਸਵੀਂ ਸਤ੍ਹਾ ਦਾ ਖੇਤਰਫਲ ਮਤਲਬ ਕਿ ਏਰੀਆ ਆਫ, ਜਾਂ ਤੁਸੀਂ ਇਦਾਂ ਲਿਖਣਾ ਹੁੰਦਾ ਕਰਵਡ ਸਰਫੇਸ ਏਰੀਆ ਆਫ ਸਿਲੰਡਰ, ਠੀਕ ਹੈ। ਸਿਲੰਡਰ that is equal to ਉਹ ਕਿਹਦੇ ਇਕੁਅਲ ਆਗਾ, ਪਾਈ 2 ਪਾਈ ਆਰ ਐਚ, ਠੀਕ ਹੈ। 2 into ਪਾਈ ਦਾ ਫਾਰਮੂਲਾ ਇੱਥੇ ਕੀ ਹੈ, ਤੁਹਾਨੂੰ ਵੈਲਿਊ ਪਤਾ ਹੈ 22/7 ਹੁੰਦੀ ਹੈ। ਆਰ ਕਿੰਨਾ ਆ ਜਾਊਗਾ ਬੱਚੇ, ਰੇਡੀਅਸ ਇਹਦਾ, ਡਾਇਆਮੀਟਰ ਤੁਹਾਨੂੰ ਗਿਵਨ ਹੈ 7 ਸੈਂਟੀਮੀਟਰ ਤੇ ਰੇਡੀਅਸ ਹੋਏਗਾ 7/2, ਯਾਨੀ ਕਿ ਰੇਡੀਅਸ ਕੀ ਹੁੰਦਾ ਡੀ ਦਾ ਅੱਧਾ, ਤੇ ਹਾਈਟ ਜਿਹੜੀ ਆ ਬੱਚੋ ਐਚ ਗਿਵਨ ਹੈਗੀ ਆ 7 ਨਾਲ 7 ਕੱਟ ਗਏ, 2 ਨਾਲ 2 ਕੱਟ ਗਏ, ਤਾਂ ਇਹ ਬੱਚੋ ਆ ਜਾਏਗਾ 154 ਸੈਂਟੀਮੀਟਰ ਸਕੁਅਰ, ਠੀਕ ਹੈ। ਇਹ ਤਾਂ ਆ ਗਿਆ ਕਰਵਡ ਸਰਫੇਸ ਏਰੀਆ ਆਫ ਸਿਲੰਡਰ, ਯਾਨੀ ਕਿ ਵੇਲਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਉਸ ਤੋਂ ਬਾਅਦ ਵਿੱਚੋਂ ਘਾਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, ਪਾਸਵੀਂ ਸਤ੍ਹਾ ਦਾ ਖੇਤਰਫਲ, ਠੀਕ ਹੈ। ਉਹ ਕੀ ਆ ਜਾਏਗਾ 4 into L ਸਕੁਅਰ, तो 4 into L ਕਿੰਨਾ ਹੈ ਇੱਥੇ ਵਿੱਚੋਂ 7, 7 into 7 ਜੋ ਸਾਰਿਆਂ ਨੂੰ ਤੁਸੀਂ ਮਲਟੀਪਲਾਈ ਕਰੋਗੇ ਇਹ ਆ ਜਾਏਗਾ 196 ਸੈਂਟੀਮੀਟਰ ਸਕੁਅਰ। ਤੋ ਇੱਥੋਂ ਵਿੱਚੋਂ ਕਲੀਅਰ ਹੈਗਾ ਕਿ ਜਿਹੜਾ ਘਾਣ ਹੈ, ਘਾਣ ਦੀ ਮਤਲਬ ਕਿ ਕਿਊਬ ਦੀ ਦਾ ਜਿਹੜਾ ਕਰਵਡ ਸਰਫੇਸ ਏਰੀਆ ਹੈ that is greater, ਠੀਕ ਹੈ, ਹੈਗਾ ਗ੍ਰੇਟਰ ਹੈਗਾ, ਜ਼ਿਆਦਾ ਹੈਗਾ। ਓਕੇ, ਤੋ ਆਓ ਅਗਲੇ ਅਗਲੇ ਸਵਾਲ ਵੱਲ ਵੱਧਦੇ ਹਾਂ। ਇਹ ਹੈਗਾ ਬੱਚੋ ਕੁਐਸਚਨ ਨੰਬਰ 7। 7 ਦੇ ਵਿੱਚ ਕੀ ਆ ਕਿ 7 ਮੀਟਰ ਅਰਧ ਵਿਆਸ ਅਤੇ 3 ਮੀਟਰ ਉਚਾਈ ਵਾਲੇ ਇੱਕ ਬੰਦ ਵੇਲਨਾਕਾਰ ਟੈਂਕ ਕਿਸੇ ਧਾਤੂ ਦੀ ਇੱਕ ਚਾਦਰ ਨਾਲ ਬਣਿਆ ਹੋਇਆ ਹੈ, ਠੀਕ ਹੈ। ਤੋ ਵਿਦਿਆਰਥੀਓ ਇੱਥੇ ਕੀ ਹੈ, ਤੁਹਾਨੂੰ ਇੱਕ ਵੇਲਣ ਦਿੱਤਾ ਹੈ, ਵੇਲਨਾਕਾਰ ਟੈਂਕ ਦਿੱਤਾ ਹੋਇਆ, ਜਿਹਦਾ ਅਰਧ ਵਿਆਸ 7 ਮੀਟਰ ਹੈ ਤੇ ਉਚਾਈ ਇਹਦੀ 3 ਮੀਟਰ ਹੈ, ਠੀਕ ਹੈ। ਕਿੰਨਾ ਹੈ, 3 ਮੀਟਰ ਹੈ। ਉਸਨੂੰ ਬਣਾਉਣ ਲਈ ਲੋੜੀਂਦੀ ਧਾਤੂ ਦੀ ਚਾਦਰ ਦੀ ਮਾਤਰਾ ਪਤਾ ਕਰੋ। ਤਾਂ ਇਹਦਾ ਮਤਲਬ ਅਸੀਂ ਇੱਥੇ ਕੀ ਆ, ਟੋਟਲ ਸਰਫੇਸ ਏਰੀਆ ਫਾਈਂਡ ਆਊਟ ਕਰਨਾ, ਠੀਕ ਹੈ। ਕੀ ਫਾਈਂਡ ਆਊਟ ਕਰਾਂਗੇ, ਟੋਟਲ ਸਰਫੇਸ ਏਰੀਆ, ਠੀਕ ਹੈ। ਟੋਟਲ ਸਰਫੇਸ ਏਰੀਆ ਮਤਲਬ ਕੁੱਲ ਸਤ੍ਹਾ ਦਾ ਖੇਤਰਫਲ, ਕਿਉਂਕਿ ਵੇਲਣ ਹੈਗਾ ਤਾਂ ਫਾਰਮੂਲਾ ਆਏਗਾ 2 ਪਾਈ ਆਰ ਇੰਟੂ ਆਰ ਪਲੱਸ ਐਚ, ਠੀਕ ਹੈ। ਤਾਂ ਆਰ ਦੀ ਵੈਲਿਊ ਇੱਥੇ ਤੁਹਾਨੂੰ ਗਿਵਨ ਹੈ, ਕਿੰਨੀ ਹੈ, ਆਰ ਹੈਗਾ 7, ਠੀਕ ਹੈ। ਜਿਹੜੀ ਐਚ ਆ, ਐਚ ਕਿੰਨੀ ਹੈ 3, ਠੀਕ ਹੈ। ਤਾਂ ਇਹਨੂੰ ਸੋਲਵ ਕਿੱਦਾਂ ਕਰਨਾ, ਦੇਖੋ 2 ਗੁਣਾ 22/7 ਗੁਣਾ 7 ਗੁਣਾ 7 ਜਮਾ 10 ਕਿੰਨਾ ਆ ਗਿਆ, 7 ਜਮਾ 3 10 ਆ ਗਿਆ। 7 ਨਾਲ 7 ਇਹ ਕੱਟ ਰਹੇ ਨੇ, 22 ਦੂਣ 44, 44 ਦੇ ਨਾਲ ਇੱਕ 0 ਆ ਗਈ, ਤਾਂ ਇਹ 440 ਮੀਟਰ ਸਕੁਅਰ ਜਿਹੜਾ ਆ ਇਹਨੇ ਧਾਤੂ ਦੀ ਲੋੜ ਪਵੇਗੀ, ਠੀਕ ਹੈ। ਆਓ ਅਗਲਾ ਕੁਐਸਚਨ ਕਰਦੇ ਹਾਂ, ਕੁਐਸਚਨ ਨੰਬਰ 7। ਇਹ ਕੀ ਹੈ ਕਿ ਇੱਕ ਖੋਖਲੇ ਵੇਲਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਦਿੱਤਾ ਹੋਇਆ, ਠੀਕ ਹੈ। ਖੋਖਲੇ ਵੇਲਣ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਦਿੱਤਾ ਹੈ, ਮਤਲਬ ਕਿ ਤੁਹਾਨੂੰ ਦੇ ਦਿੱਤਾ ਵਿੱਚੋਂ 2 ਪਾਈ ਆਰ ਐਚ, ਠੀਕ ਹੈ, ਉਹ ਦਿੱਤਾ ਹੋਇਆ। ਤੇ ਵਿਦਿਆਰਥੀਓ 2 ਪਾਈ ਆਰ ਐਚ ਯਾਦ ਰੱਖਣਾ, ਠੀਕ ਹੈ। 2 ਪਾਈ ਆਰ ਐਚ ਮੈਂ ਸਿੱਧਾ ਦੱਸ ਦਿੱਤਾ, ਇਹਦੀ ਵੈਲਿਊ ਦਿੱਤੀ ਹੈ ਕਿੰਨੀ, 4224 ਸੈਂਟੀਮੀਟਰ ਸਕੁਅਰ, ਠੀਕ ਹੈ। ਇਸ ਤੋਂ ਇਸ ਦੀ ਉਚਾਈ ਦੇ ਅਨੁਸਾਰ ਕੱਟ ਕੇ 33 ਸੈਂਟੀਮੀਟਰ ਚੌੜਾਈ ਦੀ ਇੱਕ ਆਇਤ ਚਾਦਰ ਬਣਾਈ ਜਾਂਦੀ ਹੈ, ਤੇ ਆਇਤ ਦੀ ਆਇਤਾਕਾਰ ਚਾਦਰ ਦਾ ਪਰਿਮਾਪ ਪਤਾ ਕਰੋ। ਫਾਈਂਡ ਦੀ ਪੈਰੀਮੀਟਰ ਆਫ ਰੈਕਟੈਂਗੂਲਰ ਸ਼ੀਟ, ਠੀਕ ਹੈ। ਤੋ ਇਹ ਅਸੀਂ ਫਾਈਂਡ ਆਊਟ ਕਰਨਾ। ਤੇ ਵਿਦਿਆਰਥੀਓ ਹੋਣਾ ਕੀ ਹੈ ਇਹਦੇ ਵਿੱਚ, ਕਿ ਇੱਦਾਂ ਤੁਹਾਡੇ ਕੋਲ ਇੱਕ ਕੀ ਹੈ ਸਿਲੈਂਡਰੀਕਲ ਸ਼ੇਪ ਦਾ ਇੱਕ ਵੇਲਣ ਹੈਗਾ, ਠੀਕ ਹੈ। ਮਤਲਬ ਕਿ ਖੋਖਲਾ ਵੇਲਣ ਹੈ, ਤੇ ਉਹਨੂੰ ਤੁਸੀਂ ਕੱਟ ਕੇ ਇੱਥੋਂ ਕੱਟ ਦਿੱਤਾ, ਕੱਟਣ ਤੋਂ ਤੁਹਾਨੂੰ ਕੀ ਹੈ ਇੱਕ ਰੈਕਟੈਂਗੂਲਰ ਤੁਸੀਂ ਸ਼ੇਪ ਦੇ ਵਿੱਚ ਕਨਵਰਟ ਕਰ ਲਿਆ, ਠੀਕ ਹੈ। ਤੋ ਜਿੰਨੀ ਇਹਦੀ ਹਾਈਟ ਹੋਏਗੀ, ਹਾਈਟ ਕਿੰਨੀ ਹੈ 33 ਸੈਂਟੀਮੀਟਰ, ਤੇ 33 ਸੈਂਟੀਮੀਟਰ ਵਿੱਚੋਂ ਇਸ ਰੈਕਟੈਂਗੂਲਰ ਸ਼ੇਪ ਦੀ ਚੌੜਾਈ ਵੀ ਰਹਿਣੀ ਹੈ, ਤੇ ਤੁਸੀਂ ਲੰਬਾਈ ਪਤਾ ਕਰਨੀ ਹੈ। ਤੇ ਲੰਬਾਈ ਵਿੱਚੋਂ ਕੀ ਹੋਏਗੀ, ਦੇਖੋ ਇਹਦੇ ਵਿੱਚ ਕੀ ਹੋਣਾ, ਇਹਦਾ ਸਰਕਮਫਰੈਂਸ, ਠੀਕ ਹੈ। ਸਰਕਮਫਰੈਂਸ ਜਿਹੜਾ ਆ ਇਹਦੀ ਲੰਬਾਈ ਹੋਵੇਗੀ, ਓਕੇ। ਤੋ ਇਹਦੇ ਲਈ ਪਿਆਰੇ ਵਿਦਿਆਰਥੀਓ ਤੁਹਾਨੂੰ ਕੀ ਹੈ, ਸਭ ਤੋਂ ਪਹਿਲਾਂ ਇੱਥੇ ਚਾਦਰ ਦੀ ਚੌੜਾਈ ਫਾਈਂਡ ਆਊਟ ਕਰਨੀ ਪੈਣੀ ਆ। ਚਾਦਰ ਦੀ ਚੌੜਾਈ ਜਿਹੜੀ ਆ ਉਹ ਕਿਹਦੇ ਬਰਾਬਰ ਆਏਗੀ,
ਚਾਦਰ ਦੀ ਵਿੱਚੋਂ ਲੰਬਾਈ ਪਤਾ ਕਰਨੀ ਪੈਣੀ ਹੈ। ਲੰਬਾਈ ਜਿਹੜੀ ਆ ਉਹ ਕਿਹਦੇ ਬਰਾਬਰ ਆਏਗੀ, ਦੇਖੋ ਉਹ ਆਣੀ ਹੈ ਸਰਕਮਫਰੈਂਸ ਦੇ ਬਰਾਬਰ, ਠੀਕ ਹੈ। ਤੇ ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਇਸ ਖੋਖਲੇ ਵੇਲਣ ਨੂੰ ਕੱਟੋਗੇ ਤਾਂ ਕੱਟਣ ਤੋਂ ਬਾਅਦ ਜਦੋਂ ਤੁਸੀਂ ਚਾਦਰ ਵਿੱਚ ਕਨਵਰਟ ਕਰਨਾ, ਇਹਦੀ ਲੰਬਾਈ, ਚਾਦਰ ਦੀ ਲੰਬਾਈ ਇਹਦੇ ਸਰਕਮਫਰੈਂਸ ਦੇ ਬਰਾਬਰ ਆਣੀ ਹੈ, ਠੀਕ ਹੈ। ਤਾਂ ਸਰਕਮਫਰੈਂਸ ਤੁਹਾਨੂੰ ਪਤਾ ਚੱਕਰ ਦਾ 2 ਪਾਈ r ਹੁੰਦਾ, ਇਕੁਅਲ ਟੂ l ਲੈ ਲਾਂਗੇ। ਇੱਥੇ ਵਿੱਚੋਂ 2 ਪਾਈ r l 2 ਪਾਈ r ਦੀ ਜਗ੍ਹਾ ਤੁਸੀਂ l ਪੁੱਟ ਕਰ ਦਿਓ, ਉਹ ਆ ਜਾਣਾ l into h is equal to 4224। ਇੱਥੋਂ L ਦੀ ਵੈਲਿਊ ਕਿੱਦਾਂ ਕੱਢੋਗੇ, ਤੁਹਾਨੂੰ ਪਤਾ ਹੈ 4224 ਨੂੰ ਤੁਸੀਂ H ਨਾਲ ਡਿਵਾਈਡ ਕਰੋਗੇ, H ਦੀ ਵੈਲਿਊ ਤੁਹਾਨੂੰ ਪਤਾ ਹੈ ਇੱਥੇ 33, ਠੀਕ ਹੈ। H ਦੀ ਵੈਲਿਊ ਕਿੰਨੀ ਹੈ, 33 ਸੈਂਟੀਮੀਟਰ ਉਹ ਗਿਵਨ ਹੈਗੀ ਆ। ਜਦੋਂ ਤੁਸੀਂ ਇਹਨੂੰ ਡਿਵਾਈਡ ਕੀਤਾ ਵਿੱਚੋਂ ਇਹ ਤੁਹਾਨੂੰ ਮਿਲੇਗਾ 128 ਸੈਂਟੀਮੀਟਰ, ਠੀਕ ਹੈ। 128 ਸੈਂਟੀਮੀਟਰ ਇੱਥੋਂ ਆ ਗਈ ਚਾਦਰ ਦੀ ਲੰਬਾਈ ਆ ਗਈ, ਠੀਕ ਹੈ। ਹੁਣ ਤੁਹਾਨੂੰ ਚਾਦਰ ਦਾ ਪਰਿਮਾਪ ਪੁੱਛਿਆ ਹੈ। ਚਾਦਰ ਕਿਹੜੀ ਸ਼ੇਪ ਦੇ ਵਿੱਚ ਆ, ਰੈਕਟੈਂਗੂਲਰ, ਠੀਕ ਹੈ। ਚਾਦਰ ਦਾ ਪਰਿਮਾਪ ਯਾਨੀ ਕਿ ਇਹ ਆ ਗਿਆ ਸ਼ੇਪ, ਜਿਹੜੀ ਰੈਕਟੈਂਗੂਲਰ ਸ਼ੇਪ ਦੀ ਸ਼ੀਟ ਹੈ ਉਹਦਾ ਪਰਿਮਾਪ ਜਿਹੜਾ ਉਹਦਾ ਫਾਰਮੂਲਾ ਕੀ ਹੁੰਦਾ, 2 into L plus H, ਠੀਕ ਹੈ। ਤੋ L plus B ਹੁੰਦਾ, ਇੱਥੇ H ਆ ਜਾਣਾ ਕਿਉਂਕਿ ਇਹਨੂੰ ਹਾਈਟ ਮੰਨ ਲਿਆ ਸੀ ਅਸੀਂ, ਠੀਕ ਹੈ। ਤੋ 2 into L ਕਿੰਨਾ ਆਇਆ 128, H ਕਿੰਨਾ ਦਿੱਤਾ ਹੋਇਆ 33। ਤੋ ਜਦੋਂ ਤੁਸੀਂ 2 into 128 ਜਮਾ 33, ਜਦੋਂ ਤੁਸੀਂ ਐਡ ਕਰੋਗੇ ਇਹ ਆ ਜਾਣਾ 161। 161 ਦਾ ਡਬਲ ਜਿਹੜਾ ਆ ਵਿਦਿਆਰਥੀਓ ਉਹ ਮਿਲੇਗਾ 322 ਸੈਂਟੀਮੀਟਰ, ਠੀਕ ਹੈ। ਤੋ ਇਸ ਤਰ੍ਹਾਂ ਵਿੱਚੋਂ ਇਹ ਸਵਾਲ ਕਰਨਾ ਹੈਗਾ, ਈਜ਼ੀ ਹੈ ਲੇਕਿਨ ਥੋੜਾ ਜਿਹਾ ਸਮਝਣ ਵਾਲਾ ਹੈ, ਸਮਝ ਕੇ ਕਰਨ ਵਾਲਾ ਹੈ, ਠੀਕ ਹੈ। ਹੁਣ ਜਿਹੜਾ ਆ ਉਹਦੇ ਵਿੱਚ ਕੀ ਹੈ ਕਿ ਕਿਸੇ ਸੜਕ ਨੂੰ ਪੱਧਰਾ ਕਰਨ ਲਈ ਇੱਕ ਰੋਡ ਰੋਲਰ ਨੂੰ ਸੜਕ ਦੇ ਉੱਪਰ ਇੱਕ ਵਾਰ ਘੁੰਮਣ ਲਈ 750 ਚੱਕਰ ਲਾਉਣੇ ਪੈਂਦੇ ਹਨ। ਜੇ ਰੋਡ ਰੋਲਰ ਦਾ ਵਿਆਸ 84 ਸੈਂਟੀਮੀਟਰ ਅਤੇ 1 ਮੀਟਰ ਲੰਬਾਈ ਹੋਵੇ ਤਾਂ ਸੜਕ ਦਾ ਖੇਤਰਫਲ ਜਿਹੜਾ ਉਹ ਪਤਾ ਕਰਨਾ, ਠੀਕ ਹੈ। ਰੋਡ ਰੋਲਰ ਜਿਹਨੂੰ ਠੇਲਾ ਅਸੀਂ ਕਹਿੰਦੇ ਹਾਂ, ਠੀਕ ਹੈ। ਤੋ ਇੱਥੇ ਰੋਡ ਰੋਲਰ ਦਾ ਵਿਆਸ ਜਿਹੜਾ ਆ ਉਹ ਤੁਹਾਨੂੰ ਦਿੱਤਾ ਹੋਇਆ, ਵਿਆਸ ਦਾ ਮਤਲਬ ਉਹਦਾ ਡਾਇਆਮੀਟਰ ਦਿੱਤਾ ਹੋਇਆ, ਉਹ ਕਿੰਨਾ ਹੈਗਾ 84 ਸੈਂਟੀਮੀਟਰ, ਠੀਕ ਹੈ। ਤੇ ਵਿੱਚੋਂ ਇਹਦਾ ਅਰਧ ਵਿਆਸ ਜਿਹੜਾ ਆ, ਅਰਧ ਵਿਆਸ ਦਾ ਮਤਲਬ ਇਹਦਾ ਰੇਡੀਅਸ ਜਿਹੜਾ ਜਿਹਨੂੰ ਅਸੀਂ r ਨਾਲ ਰਿਪਰੈਜ਼ੈਂਟ ਕਰਾਂਗੇ ਉਹ ਕਿੰਨਾ ਆ ਜਾਏਗਾ 84/2 ਬਰਾਬਰ ਆ ਜਾਏਗਾ 42 ਸੈਂਟੀਮੀਟਰ, ਠੀਕ ਹੈ। ਤੇ ਰੋਡ ਰੋਲਰ ਦੀ ਹਾਈਟ ਜਿਹੜੀ ਆ, ਠੀਕ ਹੈ, ਯਾਨੀ ਕਿ ਲੰਬਾਈ, ਠੀਕ ਹੈ, ਲੰਬਾਈ ਉਹਦੀ ਕਿੰਨੀ ਹੈ, ਇੱਥੇ ਰੋਡ ਰੋਲਰ ਲਿਖ ਲੈਣਾ ਤੁਸੀਂ, ਰੋਡ ਰੋਲਰ, ਠੀਕ ਹੈ, ਦਾ ਵਿਆਸ, ਇੱਥੇ ਦਾ ਲਿਖ ਦਿਓ, ਇੱਥੇ ਦਾ ਅਰਧ ਵਿਆਸ, ਇੱਥੇ ਦੀ ਲੰਬਾਈ, ਠੀਕ ਹੈ। ਉਹ ਕਿਹਦੇ ਬਰਾਬਰ ਆ ਜਾਏਗੀ, ਉਹਨੂੰ ਵਿੱਚੋਂ ਅਸੀਂ h ਲਿਖਾਂਗੇ 1 ਮੀਟਰ, ਉਹ ਸੈਂਟੀਮੀਟਰ 'ਚ ਹੋਣ ਕਰਕੇ ਇਹਨੂੰ ਵੀ ਸੈਂਟੀਮੀਟਰ ਵਿੱਚ ਹੀ ਲਿਖ ਲਓ, 100 ਸੈਂਟੀਮੀਟਰ ਇੱਥੋਂ ਆ ਗਿਆ, ਠੀਕ ਹੈ। ਹੁਣ ਅਸੀਂ ਰੋਡ ਰੋਲਰ ਦਾ ਖੇਤਰਫਲ ਕੱਢਣਾ, ਰੋਡ ਰੋਲਰ ਦਾ ਖੇਤਰਫਲ ਯਾਨੀ ਕਿ ਏਰੀਆ, ਠੀਕ ਹੈ। ਤੋ ਉਹ ਕੀ ਆ ਜਾਏਗਾ 2 ਪਾਈ r into h ਤੇ 2 into 20 2/7, ਠੀਕ ਹੈ, into r ਜਿਹੜਾ ਰੇਡੀਅਸ ਕਿੰਨਾ ਆ ਗਿਆ 42 into h ਜਿਹੜੀ ਹੈ ਉਹ ਕਿੰਨੀ ਆ ਗਈ 100, ਠੀਕ ਹੈ। 7 42। ਹੁਣ ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰ ਦਿਓ, ਇਹ ਵਿੱਚੋਂ ਆ ਜਾਏਗਾ 26,400 ਸੈਂਟੀਮੀਟਰ ਸਕੁਅਰ, ਠੀਕ ਹੈ। ਹੁਣ ਵਿੱਚੋਂ ਸੜਕ ਦਾ ਖੇਤਰਫਲ ਅਸੀਂ ਕੱਢਣਾ ਹੈਗਾ, ਤੋ ਸੜਕ ਦਾ ਖੇਤਰਫਲ, ਸੜਕ ਦਾ ਖੇਤਰਫਲ ਕਿੱਦਾਂ ਕੱਢੋਗੇ ਵਿਦਿਆਰਥੀਓ, ਇਹਦੇ ਵਿੱਚ ਪਹਿਲੀ ਗੱਲ ਉਹ ਕਿੰਨੀ ਵਾਰ ਦੇਖੋ 650 ਵਾਰ ਜਿਹੜਾ ਆ ਚੱਕਰ ਲਗਾ ਰਿਹਾ, ਜਿਹਦੇ ਕਰਕੇ ਤਾਂ ਕਿ ਉਹ ਪੂਰਾ ਸੜਕ ਨੂੰ ਕਵਰ ਕਰ ਲਵੇ। ਤੋ 750 ਵਾਰ, ਸੌਰੀ 750 ਨਾਲ ਇਹਦੀ ਮਲਟੀਪਲੀਕੇਸ਼ਨ ਕਰਨੀ ਹੈ ਔਰ ਵਿਦਿਆਰਥੀਓ ਇਹਨੂੰ ਮੀਟਰ ਸਕੁਅਰ ਦੇ ਵਿੱਚ ਅਸੀਂ ਜਿਹੜਾ ਆ ਉਹ ਕੱਢ ਲੈਣਾ। ਉਹਨੂੰ ਕੱਢਣ ਲਈ ਸੈਂਟੀਮੀਟਰ ਨੂੰ ਕੀ ਆ ਮੀਟਰ 'ਚ ਕਨਵਰਟ ਕਰਨ ਲਈ 100 ਨਾਲ ਉੱਪਰ ਨੀਚੇ ਮਲਟੀਪਲਾਈ ਕਰ ਦਿਓ। ਆਹ 0 ਨਾਲ 0 2 ਕੱਟ ਗਈਆਂ, ਇੱਕ 0 ਨਾਲ ਇਹਨੂੰ ਕੱਟ ਦਿਓ। ਤੇ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਆਊਗਾ ਵਿੱਚੋਂ 1980, ਠੀਕ ਹੈ। ਇਹਨੂੰ ਸੋਲਵ ਕਰ ਲੈਣਾ ਗੁਣਾ ਕਰਕੇ, ਤੇ 1980 ਮੀਟਰ ਸਕੁਅਰ ਜਿਹੜਾ ਇਹਦਾ ਆਂਸਰ ਆਵੇਗਾ, ਠੀਕ ਹੈ। ਇਸ ਤਰ੍ਹਾਂ ਵਿੱਚੋਂ ਇਹ ਸਵਾਲ ਜਿਹੜਾ ਹੈ ਉਹ ਅਸੀਂ ਕਰਨਾ ਹੈ, ਫਾਈਨ। ਉਸ ਤੋਂ ਬਾਅਦ ਵਿੱਚੋਂ ਆਓ ਅਗਲਾ ਲਾਸਟ ਸਵਾਲ ਹੈਗਾ 10ਵਾਂ। 10ਵਾਂ ਕੀ ਹੈ ਕਿ ਇੱਕ ਕੰਪਨੀ ਆਪਣੇ ਦੁੱਧ ਪਾਊਡਰ ਨੂੰ ਇਸ ਤਰ੍ਹਾਂ ਵੇਲਨਾਕਾਰ ਬਰਤਨ ਵਿੱਚ ਪੈਕ ਕਰਦੀ ਹੈ ਜਿਸ ਦਾ ਵਿਆਸ 14 ਸੈਂਟੀਮੀਟਰ ਅਤੇ ਉਚਾਈ ਜਿਹੜੀ ਆ ਉਹ 20 ਸੈਂਟੀਮੀਟਰ ਹੈ। ਕੰਪਨੀ ਬਰਤਨ ਦੀ ਚਾਰੇ ਪਾਸੇ ਲੇਬਲ ਲਗਾਉਂਦੀ ਹੈ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਇੱਦਾਂ ਵਿੱਚੋਂ ਲੇਬਲ ਲਗਾ ਰਹੀ ਹੈ, ਜੋ ਇਹ ਲੇਬਲ ਬਰਤਨ ਦੇ ਤਲ ਅਤੇ ਸਿਖਰ ਦੋਨਾਂ ਤੋਂ 2 ਮੀਟਰ ਦੀ ਦੂਰੀ ਤੇ ਚਿਪਕਾਇਆ ਜਾਂਦਾ ਹੈ ਤੇ ਲੇਬਲ ਦਾ ਵਿੱਚੋਂ ਖੇਤਰਫਲ ਕੀ ਹੋਵੇਗਾ, ਠੀਕ ਹੈ। 2 ਮੀਟਰ ਹਾਈਟ ਤੇ ਲਗਾਇਆ ਜਾ ਰਿਹਾ ਹੈ। ਟ੍ਰਿਕੀ ਕੁਐਸਚਨ ਹੈ ਵਿੱਚੋਂ, ਤੇ ਇਹਨੂੰ ਕਰਨਾ ਕਿੱਦਾਂ, ਆਓ ਇਹ ਸਵਾਲ ਵੀ ਅਸੀਂ ਕਰਦੇ ਹਾਂ। ਤੋ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਲੇਬਲ ਦੀ ਉਚਾਈ ਦੇਖ ਲਓ, ਦੇਖੋ ਲੇਬਲ ਦੀ ਉਚਾਈ, ਠੀਕ ਹੈ। ਲੇਬਲ ਦੀ ਉਚਾਈ ਕਿਹਦੇ ਬਰਾਬਰ ਆਊਗੀ, ਇਹਨੂੰ h ਮੰਨ ਲੈਣਾ। ਐਕਚੁਅਲ ਵਿੱਚ ਟੋਟਲ ਹਾਈਟ ਵੇਲਣ ਦੀ 20 ਆ, ਉਹਦੇ ਵਿੱਚੋਂ 2 ਸੈਂਟੀਮੀਟਰ ਉੱਪਰੋਂ ਤੇ 2 ਥੱਲਿਓਂ ਦੋਨੋਂ ਕੱਢ ਦੇਣੇ ਆ। 20 - 4 ਲੇਬਲ ਦੀ ਉਚਾਈ ਵਿੱਚੋਂ 16 ਸੈਂਟੀਮੀਟਰ ਰਹਿ ਜਾਏਗੀ, ਠੀਕ ਹੈ, 16 ਸੈਂਟੀਮੀਟਰ। ਉਸ ਤੋਂ ਬਾਅਦ
ਲੇਬਲ ਲੇਬਲ ਦਾ ਵਿਆਸ ਜੋ ਕਿ ਤੁਹਾਨੂੰ ਗਿਵਨ ਹੈਗਾ ਕਿੰਨਾ ਹੈ ਵਿਆਸ ਵਿੱਚੋਂ ਗਿਵਨ ਸੀਗਾ ਕਿੰਨਾ ਹੈ 14 ਸੈਂਟੀਮੀਟਰ ਠੀਕ ਹੈ ਕਿੰਨਾ ਹੈ 14 ਸੈਂਟੀਮੀਟਰ ਇਹਦਾ ਮਤਲਬ ਇੱਥੋਂ ਅਰਧ ਵਿਆਸ ਜਿਹੜਾ ਹੈ ਉਹ ਕਿੰਨਾ ਆ ਜਾਊਗਾ 14/2 ਬਰਾਬਰ ਕਿੰਨਾ ਆ ਜਾਏਗਾ 7 ਸੈਂਟੀਮੀਟਰ ਠੀਕ ਹੈ 7 ਸੈਂਟੀਮੀਟਰ ਇੱਥੋਂ ਆ ਜਾਏਗਾ ਹੁਣ ਬੱਚੋ ਅਸੀਂ ਕੱਢਣਾ ਕੀ ਆ ਲੇਬਲ ਦੀ ਸਤ੍ਹਾ ਦਾ ਖੇਤਰਫਲ ਠੀਕ ਹੈ ਲੇਬਲ ਦੀ ਸਤ੍ਹਾ ਦਾ ਖੇਤਰਫਲ ਉਹ ਕੀ ਹੈ 2 ਪਾਈ r ਇੰਟੂ h 2 ਇੰਟੂ ਪਾਈ ਕਿੰਨਾ ਆ ਗਿਆ 22/7 r ਜਿਹੜਾ ਹੈ ਉਹ ਕਿੰਨਾ ਆ ਗਿਆ 7 ਤੇ ਵਿਦਿਆਰਥੀਓ r r 7 ਆ ਗਿਆ ਉਸ ਤੋਂ ਬਾਅਦ ਇਹਦੀ ਉਚਾਈ ਜਿਹੜੀ ਆ ਉਹ ਕਿੰਨੀ ਆ ਗਈ 16 7 ਨਾਲ 7 ਕੱਟ ਜੂਗਾ 22 ਗੁਣਾ 2 ਗੁਣਾ 16 ਜਦੋਂ ਤੁਸੀਂ ਮਲਟੀਪਲਾਈ ਕਰੋਗੇ ਆ ਜਾਊਗਾ 704 ਸੈਂਟੀਮੀਟਰ ਸਕੁਅਰ ਠੀਕ ਹੈ ਤੋ ਇਹ ਸੀਗੀ ਬੱਚੋ ਐਕਸਰਸਾਈਜ਼ ਨੰਬਰ 11.3 ਇਹ ਵੀ ਅਸੀਂ ਹੁਣ ਕਰ ਲਈਏ ਤੇ 11.4 ਜਿਹੜੀ ਆ ਉਹ ਅਗਲੀ ਵੀਡੀਓ ਲੈਕਚਰ ਦੇ ਥੈਂਕ ਯੂ